ਮੁਲਕ ਦੀਆਂ ਵਿਧਾਨ ਸਭਾ ਮਤਲਬ ਕਿ ਵੱਖ-ਵੱਖ ਰਾਜਾਂ ਦੀਆਂ ਅਸੈਂਬਲੀਆਂ ਦੇ ਵਿੱਚ ਜਿਹੜੇ ਇਸ ਵੇਲੇ ਵਿਧਾਇਕ ਪਹੁੰਚੇ ਹੋਏ ਨੇ, ਉਹਨਾਂ ਦੇ ਵਿੱਚੋਂ 44% ਉਹਨਾਂ ਦਾ ਅਕਸ ਜਿਹੜਾ ਹੈ ਉਹ ਅਪਰਾਧੀ ਹੈ। ਮਤਲਬ ਕਿ ਅਪਰਾਧ ਜਗਤ ਨਾਲ ਕਿਤੇ ਨਾ ਕਿਤੇ ਉਹ ਸੰਬੰਧ ਰੱਖਦੇ ਨੇ। ਇਹ ਇੱਕ ਜਿਹੜੀ ਰਿਪੋਰਟ ਹੈ ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮ ਵੱਲੋਂ ਸਾਹਮਣੇ ਆਈ ਹੈ, ਮੀਡੀਆ ਰਿਪੋਰਟ ਹੈ। ਤੇ ਇੱਕ ਵੱਡੀ ਚਿੰਤਾ ਵਾਲੀ ਗੱਲ ਹੈ ਕਿ ਜਿਨ੍ਹਾਂ ਲੋਕਾਂ ਨੇ ਸਾਡੇ ਰਾਜਾਂ ਨੂੰ, ਦੇਸ਼ ਨੂੰ ਅੱਗੇ ਲੈ ਕੇ ਜਾਣਾ, ਕਾਨੂੰਨ ਦੇ ਲਿਹਾਜ਼ ਤੋਂ ਕਾਨੂੰਨ ਦੀ ਪਹਿਰੇਦਾਰੀ ਕਰਨੀ ਹੈ, ਉਹਨਾਂ ਦਾ ਜਿਹੜਾ ਅਕਸ ਇਸ ਤਰ੍ਹਾਂ ਦਾ ਹੈ। ਕਹਿੰਦਾ ਭਾਵ ਕਿ ਇੱਥੇ ਜਿਹੜਾ ਅਪਰਾਧ ਜਗਤ ਭਾਰਤ ਦੇ ਵਿੱਚ ਉਹ ਆਜ਼ਾਦੀ ਮਗਰੋਂ ਪੈਰ ਪੈਰ ਉੱਤੇ ਵਧਿਆ। ਹਾਲਾਂਕਿ ਥੰਮਣ ਦੀ ਲੋੜ ਸੀਗਾ। ਅਸੀਂ ਧਰਮ ਨਿਰਪੱਖ ਦਾ ਇੱਕ ਨਾਅਰਾ ਦਿੱਤਾ, ਅਸੀਂ ਲੋਕਤੰਤਰ ਦੇ ਲਿਹਾਜ਼ ਤੋਂ ਦੁਨੀਆ ਦੇ ਵਿੱਚ ਆਪਣਾ ਇੱਕ ਸਰਮੌਰ ਥਾਂ ਰੱਖਦੇ ਹਾਂ, ਬਲਕਿ ਇੱਕ ਵਕਾਰ ਲੈ ਕੇ ਜਦੋਂ ਬਾਹਰ ਜਾਂਦੇ ਹਾਂ, ਇੱਕ ਸਾਡਾ ਇਹ ਵਕਾਰ ਹੁੰਦਾ ਹੈ ਕਿ ਡੈਮੋਕ੍ਰੇਸੀ ਹੈ ਸਾਡੇ ਕੋਲ ਤੇ ਸਾਡਾ ਅਜਿਹਾ ਸੰਵਿਧਾਨ ਹੈ ਜਿਹਦੇ ਵਿੱਚ ਅਸੀਂ ਧਰਮ ਨਿਰਪੱਖ ਹਾਂ। ਪਰੰਤੂ ਜਦੋਂ ਅਪਰਾਧ ਦੀ ਗੱਲ ਆਉਂਦੀ ਹੈ ਤਾਂ ਫਿਰ ਸਾਡੇ ਜਿਹੜੇ ਵਿਧਾਇਕ ਨੇ ਉਹ ਇਸ ਗਿਣਤੀ ਦੇ ਵਿੱਚ ਆਉਂਦੇ ਨੇ। ਜਿਹੜੀ ਹੁਣ ਇਹ ਮੀਡੀਆ ਰਿਪੋਰਟ 44% ਉਹਨਾਂ ਦੀ ਅਜਿਹੀ ਗਿਣਤੀ ਦੱਸੀ ਜਾ ਰਹੀ ਹੈ। ਅਜਿਹੀਆਂ ਚਿੰਤਾਵਾਂ ਸਮੇਤ ਵੱਖ-ਵੱਖ ਹੋਰ ਮਸਲਿਆਂ ਤੇ ਸਮੱਸਿਆਵਾਂ ਉੱਤੇ ਗੱਲਬਾਤ ਕਰਾਂਗੇ। ਇਸ ਗੱਲਬਾਤ ਲਈ ਚਰਚਾ ਵਾਸਤੇ ਸਾਡੇ ਨਾਲ ਜੁੜੇ ਨੇ ਉੱਘੇ ਸਿੱਖ ਚਿੰਤਕ, ਸਿਆਸੀ ਮਾਹਰ, ਪ੍ਰਿੰਸੀਪਲ ਐਡਵੋਕੇਟ ਉਪਜੀਤ ਸਿੰਘ ਬਰਾੜ। ਸੋ ਸਭ ਤੋਂ ਪਹਿਲਾਂ ਬਰਾੜ ਸਾਹਿਬ ਤੁਹਾਡਾ ਵੈਲਕਮ, ਸਵਾਗਤ। ਪਿੰਡਰ ਜੀ ਤੁਹਾਡਾ ਵੀ ਤੇ ਸਾਰੇ ਇਸ ਚੈਨਲ ਨੂੰ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪ੍ਰਿੰਸੀਪਲ ਸਾਹਿਬ, ਜੇਕਰ ਆਪਾਂ ਵਿਧਾਨ ਸਭਾਵਾਂ ਵੱਲ ਝਾਤੀ ਮਾਰੀਏ, ਜਿਹੜੀ ਰਿਪੋਰਟ ਹੈ ਜਿਹਦੇ ਤੇ ਆਪਾਂ ਚਰਚਾ ਕਰ ਰਹੇ ਹਾਂ ਉਹ ਇੱਕ ਰੌਂਗਟੇ ਖੜੇ ਕਰਨ ਵਾਲੀ ਹੈ। ਭਾਵੇਂ ਕਿ ਜਦੋਂ ਇਹਨਾਂ ਵਿਧਾਇਕਾਂ ਨੇ ਚੋਣ ਲੜੀ ਉਸ ਵੇਲੇ ਹਲਫਨਾਮੇ ਦਾਇਰ ਹੋਏ, ਇਸ ਨੂੰ ਆਪਾਂ ਇੱਕ ਉਸ ਵੇਲੇ ਦੀ ਤਸਵੀਰ ਵਜੋਂ ਵੇਖ ਰਹੇ ਹਾਂ। ਪਰੰਤੂ ਇੱਕ ਰਿਪੋਰਟ ਤਾਂ ਜਿਹੜੀ ਅੱਗੇ ਵਧ ਰਹੀ ਹੈ ਉਹ ਫਿਲਹਾਲ ਹੁਣ ਨਸ਼ਰ ਹੋ ਰਹੀ ਹੈ। ਤਾਂ ਇਸ ਰਿਪੋਰਟ ਨੂੰ ਲੈ ਕੇ ਤੁਸੀਂ ਜਿਹੜੀ ਭਾਰਤ ਦੀ ਤਸਵੀਰ ਅੱਗੇ ਸਾਡੇ ਸਾਹਮਣੇ ਆ ਰਹੀ ਹੈ ਉਸ ਉੱਤੇ ਜਿੱਥੇ ਆਪਣੇ ਵਿਚਾਰ ਪ੍ਰਗਟਾਇਓ ਤੇ ਨਾਲ ਇਹ ਦੱਸਿਓ ਕਿ ਜਿਹੜਾ ਅਪਰਾਧ ਹੈ ਵਿਧਾਇਕਾਂ ਦਾ, ਇਸ ਦਾ ਸਾਡੇ ਮੁਲਕ ਉੱਤੇ ਕੀ ਪ੍ਰਭਾਵ ਪੈਂਦਾ ਹੈ। ਕਿਉਂਕਿ ਅਸੀਂ ਇੱਕ ਜਿਹੜਾ ਸਾਡਾ ਮਾਟੋ ਹੈ ਸੰਘੀ ਹੈ, ਵੱਖ-ਵੱਖ ਰਾਜ, ਜੇ ਰਾਜ ਸਾਡੇ ਤਰੱਕੀਆਂ ਨੂੰ, ਬੁਲੰਦੀਆਂ ਨੂੰ ਛੂਹਣਗੇ ਤਾਂ ਸਾਡਾ ਮੁਲਕ ਅੱਗੇ ਵਧੇਗਾ। ਤੇ ਜੇਕਰ ਸੰਘ ਦੇ ਵਿੱਚ, ਸੰਘੀ ਸੋਚ ਦੇ ਵਿੱਚ ਅਜਿਹੀ ਬਿਰਤੀ ਪ੍ਰਵੇਸ਼ ਕਰ ਚੁੱਕੀ ਹੈ ਤਾਂ ਫਿਰ ਵਾਕਈ ਇੱਕ ਚਿੰਤਾ ਕਰਨ ਵਾਲੀ ਗੱਲ ਹੈ। ਜੀ ਪ੍ਰਿੰਸੀਪਲ ਸਾਹਿਬ। ਪਿੰਡਰ ਜੀ ਤੁਸੀਂ ਬਿਲਕੁਲ ਸਹੀ ਕਿਹਾ। ਜਿਹੜੀ ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮਸ ਨੇ, ਜਿਹੜੀ ਸਾਡੇ ਰਾਜਨੀਤਿਕ ਲੋਕਾਂ ਦੇ ਵਿੱਚ ਜੋ ਅਪਰਾਧੀਕਰਨ ਬਾਰੇ ਉਹਨਾਂ ਨੇ ਆਪਣੀ ਰਿਪੋਰਟ ਜਾਰੀ ਕੀਤੀ ਆ, ਉਹ ਬਿਲਕੁਲ ਸਹੀ ਆ। ਕਿਉਂਕਿ ਇੱਥੋਂ ਦੇ ਜਿਹੜੇ ਸਾਡੇ ਭਾਰਤ ਦੇ, ਜਿਹਨੂੰ ਸੈਕੂਲਰ ਮੁਲਕ ਆ, ਧਰਮ ਨਿਰਪੱਖ ਦੇਸ਼ ਕਿਹਾ ਜਾਂਦਾ ਹੈ ਤੇ ਦੁਨੀਆ 'ਚ ਸਭ ਤੋਂ ਵੱਡਾ ਲੋਕਤੰਤਰ ਕਿਹਾ ਜਾਂਦਾ ਹੈ, ਤਾਂ ਉਹਦੀ ਜੇਕਰ ਤੁਸੀਂ ਅਸਲੀਅਤ ਨਾਲ ਬਹੁਤ ਧਿਆਨ ਦੇ ਨਾਲ ਉਹਨਾਂ ਵੱਲ ਝਾਤੀ ਮਾਰੋ ਤਾਂ ਤੁਹਾਨੂੰ ਪਤਾ ਲੱਗ ਜੂਗਾ ਕਿ ਇੱਥੋਂ ਦੇ ਰਾਜਨੀਤਿਕ ਲੋਕਾਂ ਦਾ, ਇੱਥੋਂ ਦੇ ਅਪਰਾਧੀਆਂ ਦੇ ਨਾਲ ਤੇ ਹੋਰ ਵੱਡੇ ਵੱਡੇ ਜਿਹੜੇ ਗੰਭੀਰ ਅਪਰਾਧ ਕਰਨ ਵਾਲੇ ਲੋਕਾਂ, ਉਹਨਾਂ ਨਾਲ ਕਿੰਨੇ ਨੇੜਲੇ ਸੰਬੰਧ ਆ। ਇਹ ਕਾਰਨ ਸਿਰਫ ਇਹਦਾ ਇੱਕੋ ਹੀ ਆ, ਕਿਉਂਕਿ ਇੱਥੋਂ ਦਾ ਜਿਹੜਾ ਵੋਟ ਸਿਸਟਮ ਆ ਸਾਡਾ, ਉਹ ਵੋਟ ਸਿਸਟਮ ਤੇ ਵੱਖੋ ਵੱਖਰੇ ਤਰੀਕੇ ਗੈਲ ਵੋਟਾਂ ਲੈਣ ਦਾ ਚੱਕਰ, ਚਾਹੇ ਪੈਸੇ ਦੇ ਨਾਲ ਲੈਣ ਦਾ ਚੱਕਰ, ਚਾਹੇ ਤਾਕਤ ਦੇ ਨਾਲ ਵੋਟਾਂ ਲੈਣ ਦਾ ਚੱਕਰ, ਚਾਹੇ ਲੋਕਾਂ ਨੂੰ ਆਪਸ 'ਚ ਲੜਾ ਕੇ ਲਾਉਣ ਦਾ ਚੱਕਰ, ਉਹਦੇ ਕਰਕੇ ਇਹ ਸਾਰੀਆਂ ਜਿਹੜੀਆਂ ਇਹ ਬੁਰਾਈਆਂ ਸਾਡੇ ਲੋਕਤੰਤਰ ਦੇ ਵਿੱਚ, ਸਾਡੇ ਲੋਕਤੰਤਰ ਦੇ ਨਾਲੋਂ ਨਾਲ ਚੱਲ ਰਹੀਆਂ ਹਨ। ਤੇ ਇਹਦਾ ਸਾਨੂੰ ਜਿਹੜਾ ਖਮਿਆਜਾ ਹੈ, ਜਿੱਥੇ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ, ਉੱਥੇ ਦੁਨੀਆ ਦੇ ਵਿੱਚ ਵੀ ਸਾਡੀ ਇੱਕ ਜਿਹੜੀ ਛਵੀ ਵੱਡੇ ਪੱਧਰ ਤੇ ਖਰਾਬ ਹੋ ਰਹੀ ਹੈ। ਲੋਕ ਸਾਡੇ ਤੇ ਹੱਸ ਰਹੇ ਆ। ਤੇ ਭਿੰਡਰ ਜੀ ਜੇਕਰ ਮੈਂ ਇਹ ਗੱਲ ਥੋੜੀ ਜਿਹੀ ਹੋਰ ਅੱਗੇ ਵਧਾ ਦੇਵਾਂ ਤੇ ਜਿੱਥੇ ਜਿਹੜੀ ਤੁਸੀਂ ਹੁਣ ਰਿਪੋਰਟ ਜਾਰੀ ਕਰ ਰਹੇ ਸੀਗੇ, ਜਿਹਦੇ 44% ਜਿਹੜੇ ਦੱਸਿਆ ਸੀਗਾ ਵਿਧਾਇਕਾਂ ਦੇ ਵਿਰੁੱਧ ਅਪਰਾਧਿਕ ਮਾਮਲੇ ਦਰਜ ਆ, ਵੀ 28% ਤੇ ਸੀਰੀਅਸ ਆ ਤੇ ਉਸ ਤੇ 181 ਤੇ ਮਰਡਰ ਦਾ ਹੈ। ਅਰੇ ਖਾਲੀ ਇੱਥੇ ਨਹੀਂ, ਲੋਕ ਸਭਾ ਦੇ ਵਿੱਚ ਵੀ ਤੇ ਵਿਧਾਨ ਸਭਾ ਦੇ ਵਿੱਚ ਸਮੁੱਚੇ ਭਾਰਤ ਵਰਸ਼ ਦਾ ਹੀ ਟ੍ਰੈਂਡ ਆ। ਜਿਹੜੇ ਹੁਣ ਆਪਾਂ ਗੱਲ ਕਰ ਲਈਏ ਜੇਕਰ ਆਪਣੇ ਲੋਕ ਸਭਾ ਦੇ ਵਿੱਚ ਜਿਹੜੀ ਮੌਜੂਦਾ ਚੱਲ ਰਹੀ ਆ, ਜਿਹਦੀਆਂ ਅਗਲੇ ਸਾਲ ਇਲੈਕਸ਼ਨਾਂ ਡਿਊ ਆ, ਇਹਦੇ 'ਚ ਵੀ 44% ਲੋਕ ਉਹਨਾਂ ਦਾ
ਅਪਰਾਧਾਂ ਦੇ ਨਾਲ, ਗੰਭੀਰ ਅਪਰਾਧਾਂ ਨਾਲ, ਕਈਆਂ ਦਾ ਕਤਲਾਂ ਦੇ ਨਾਲ, ਕਈਆਂ ਦਾ ਇਰਾਦਾ ਕਤਲਾਂ ਦੇ ਨਾਲ, ਤੇ ਤੁਸੀਂ ਸੁਣ ਕੇ ਹੈਰਾਨ ਹੋਗੇ ਕਈਆਂ ਦਾ ਬਲਾਤਕਾਰਾਂ ਦੇ ਨਾਲ ਵੀ ਉਹਨਾਂ ਦੀ ਇਨਵੋਲਵਮੈਂਟ ਰਹੀ ਆ। ਪਰ ਸਾਡੇ ਜਿਹੜੇ ਰਾਜਨੀਤਿਕ ਲੋਕ ਆ, ਉਹਨਾਂ ਨੂੰ ਇਹਨਾਂ ਗੱਲਾਂ ਦੇ ਨਾਲ ਕੋਈ ਮਤਲਬ ਨਹੀਂ। ਉਹਨਾਂ ਨੂੰ ਸਿਰਫ ਆਪਣੇ ਵੋਟ ਬੈਂਕ ਦਾ, ਆਪਣੀ ਪਾਰਟੀ ਦੀ ਜਿੱਤ ਦਾ ਉਹਦੇ ਨਾਲ ਸੰਬੰਧ ਆ ਵੀ ਜਿਸ ਤਰੀਕੇ ਨਾਲ ਸੱਤਾ ਉਹਨਾਂ ਦੇ ਕਬਜ਼ੇ 'ਚ ਰਹੇ ਤੇ ਉਹ ਆਪਣੀ ਤਾਕਤ ਦੇ ਨਾਲ ਜਿਹੜਾ ਭਾਰਤ ਦੇ ਵਿੱਚ ਲੋਕਾਂ ਤੇ ਰਾਜ ਕਰ ਸਕਣ, ਭਾਵੇਂ ਉਹ ਰਾਜ ਜਿਹਾ ਜਿਹਾ ਮਰਜ਼ੀ ਹੋਵੇ। ਤੇ ਇਸੇ ਕਰਕੇ ਜੇਕਰ ਮੈਂ ਗੱਲ ਆਪਣੀ ਥੋੜੀ ਜਿਹੀ ਹੋਰ ਅੱਗੇ ਚਲਾ ਲਵਾਂ, ਆ ਜੀ ਪਿੱਛੇ ਹਾਂ, ਜੇ ਦਿੱਲੀ ਦੇ ਵਿੱਚ ਇੱਕ ਧਰਨਾ ਲੱਗਿਆ ਸੀਗਾ ਭਲਵਾਨਾਂ ਦਾ, ਪਹਿਲਵਾਨਾਂ ਦਾ, ਜਿਨ੍ਹਾਂ ਹਾਂਜੀ ਦਾ ਕਿ ਬਹੁਤ ਮਸ਼ਹੂਰੀ ਰਹੀ ਆ ਦੁਨੀਆ ਭਰ ਦੇ ਵਿੱਚ। ਦੁਨੀਆ ਭਰ ਦੇ ਜਿਹੜੇ ਸਪੋਰਟਸਮੈਨ ਆ, ਦੁਨੀਆ ਭਰ ਦਾ ਜਿਹੜਾ ਮੀਡੀਆ ਹੈ, ਉਹਨਾਂ ਨੇ ਬਹੁਤ ਵੱਡਾ ਨੋਟਿਸ ਲਿਆ ਕਿਉਂਕਿ ਸਾਰੇ ਪਹਿਲਵਾਨ ਅੰਤਰਰਾਸ਼ਟਰੀ ਪੱਧਰ ਦੇ ਪਲੇਅਰ ਸੀਗੇ ਤੇ ਉਹਨਾਂ ਨੇ ਵੱਡੇ ਵੱਡੇ ਮੈਡਲ ਜਿੱਤੇ ਸੀਗੇ, 골ਡ ਮੈਡਲ, ਤੇ ਸਾਡੇ ਦੇਸ਼ ਦਾ ਨਾਮ ਉੱਚਾ ਕੀਤਾ ਸੀਗਾ। ਉਹਨਾਂ ਵੱਲੋਂ ਵੀ ਤੁਸੀਂ ਦੇਖੋ, ਉਹਨਾਂ ਦਾ ਵੀ ਜਿਹੜਾ ਸਰੀਰਕ ਸ਼ੋਸ਼ਣ ਕਰਨ ਦੀ ਕੋਸ਼ਿਸ਼ ਹੋਈ। ਸਰੀਰਕ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵੀ ਕੌਣ? ਬ੍ਰਿਜ ਭੂਸ਼ਣ ਮਹਿਰਾ ਜੀ, ਮੈਂ ਨਾਂ ਜੇ ਸਪਸ਼ਟ ਕਰ ਦਵਾਂ, ਜਿਹੜੇ ਕਿ ਜੀ ਰੈਸਲਿੰਗ ਜਿਹੜੀ ਉਹਨਾਂ ਦੀ ਐਸੋਸੀਏਸ਼ਨ ਆ, ਉਹਨਾਂ ਦੇ ਪ੍ਰਧਾਨ ਆ ਤੇ ਮੰਤਰੀ ਪਦ ਦੇ ਅਹੁਦੇ ਤੇ ਆ, ਤੇ ਉਹਨਾਂ ਸਾਬਕਾ ਵਿੱਚ ਪ੍ਰਧਾਨ। ਹਾਂਜੀ ਬਾਹੂਬਲੀ ਦਾ ਹਾਂਜੀ ਖਿਤਾਬ ਦਿੱਤਾ ਗਿਆ ਹੈ। ਤੇ ਉਹਦੇ ਚ ਇੱਕ ਜਿਹੜੀ ਬਹੁਤ ਹੀ ਮਾਈਨਰ, ਮਤਲਬ ਛੋਟੀ ਉਮਰ ਦੀ ਪਲੇਅਰ ਸੀ, ਜਿੱਤੇ ਪੋਸਕੋ ਐਕਟ ਵੀ ਉਹਦੇ ਵੱਲੋਂ ਪਹਿਲਾਂ ਪਰਚਾ ਵੀ ਦਰਜ ਹੋਇਆ, ਬੜਾ ਰੌਲਾ ਰੱਪਾ ਪਿਆ। ਪਰ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਪਰਚੇ ਵਾਪਸ ਕਰਾਏ ਗਏ, ਜਿਸ ਤਰੀਕੇ ਨਾਲ ਉਹਨਾਂ ਨੂੰ ਦਬਾਇਆ ਗਿਆ, ਉਹ ਵੀ ਇੱਕ ਸਾਡੇ ਲੋਕਤੰਤਰ ਦੀ ਇੱਕ ਵਿਲੱਖਣਤਾ ਹੈ, ਸਾਡੇ ਲੋਕਤੰਤਰ ਦੇ ਕਲੰਕ ਆ, ਜੇ ਮੈਂ ਦੂਜੇ ਲਫ਼ਜ਼ਾਂ ਦੇ ਵਿੱਚ ਕਹਾਂ। ਤੇ ਇਹ ਹੀ ਸਿਸਟਮ ਸਾਡੇ ਸਾਰੀਆਂ ਸਟੇਟਾਂ ਦੇ ਵਿੱਚ, ਚਾਹੇ ਪੰਜਾਬ ਲਾ ਲਓ, ਚਾਹੇ ਹਰਿਆਣਾ ਲਾ ਲਓ, ਯੂਪੀ ਲਾ ਲਓ, ਤਾਮਿਲਨਾਡੂ ਲਾ ਲਓ, ਤੇਲੰਗਾਨਾ ਤਾਂ ਹੱਦੇ ਹੋਈ ਪਈ ਆ। ਤੇਲੰਗਾਨਾ ਦੇ ਵਿੱਚ ਤਾਂ ਜਿਹੜੇ 54 ਬੰਦੇ ਐਸੇ ਆ, ਉਹ ਵੀ ਸੱਤਾ ਜਿਹੜੀ ਸਾਡੀ ਬੀਜੇਪੀ ਨਾਲ ਸੰਬੰਧਿਤ ਆ, ਜਿਨ੍ਹਾਂ ਦੇ ਬਹੁਤ ਹੀ ਖਤਰਨਾਕ ਕਿਸਮ ਦੇ ਅਪਰਾਧ ਆ। ਤੇ ਜੇ ਤੁਸੀਂ ਆਪਾਂ ਭਿੰਡਰ ਜੀ ਲੋਕ ਸਭਾ ਦੀ ਗੱਲ ਕਰਦੀ ਹੈ ਨਾ, ਲੋਕ ਸਭਾ ਦੇ ਵਿੱਚ ਇਹਦੇ ਚ ਅਜਿਹੇ ਕਈ ਸਾਡੇ ਮੰਤਰੀ ਸ਼ਾਮਲ ਆ, ਜੋਨ ਬਾਰਲਾ ਲਾ ਲਓ, ਉਹਦਾ ਨਾਂ ਲਾ ਲਓ, ਨਤੀਸ਼ ਪਰਮਾਕ ਲਾ ਲਓ, ਤੇ ਪੰਕਜ ਚੌਧਰੀ ਲਾ ਲਓ। ਇਹਨਾਂ ਤੇ ਗੰਭੀਰ ਕਿਸਮ ਦੇ ਜਿਹੜੇ ਕੇਸਾਂ, ਇੱਕ ਹੋਰ ਤੁਸੀਂ ਦੇਖੋ, ਜਿਹੜਾ ਇੱਕ ਤੁਹਾਡੇ ਤਾਂ ਯਾਦ ਹੋਊਗਾ, ਪਿੱਛੇ ਜੇ ਕਿਸਾਨ ਅੰਦੋਲਨ ਚੱਲਿਆ ਸੀਗਾ, ਬਹੁਤ ਜੀ ਵੱਡਾ ਕਿਸਾਨ ਅੰਦੋਲਨ ਜਿਹੜਾ ਦੁਨੀਆ ਦੇ ਵਿੱਚ ਮਸ਼ਹੂਰ ਰਿਹਾ ਭਿੰਡਰ ਜੀ। ਉਹਦੇ ਬਿਲਕੁਲ ਵਿੱਚ ਤੁਹਾਨੂੰ ਪਤਾ ਹੈ ਵੀ ਜਦੋਂ ਉਸ ਤੋਂ ਬਾਅਦ ਕਿਸਾਨ ਅੰਦੋਲਨ ਦੇ ਦੌਰਾਨ ਹੀ ਇੱਕ ਮੰਤਰੀ ਦੇ ਬੇਟੇ ਨੇ ਲਖੀਮਪੁਰ ਦੇ ਵਿੱਚ ਸ਼ਾਂਤਮਈ ਧਰਨਾ ਦੇ ਰਹੇ ਕਿਸਾਨਾਂ ਤੇ ਜੀਪ ਚੜਾਤੀ ਸੀ। ਤਾਂ ਬਿਲਕੁਲ ਹੋਇਆ ਜੀ ਕੀ, ਔਰ ਉਹਦਾ ਜਿਹੜਾ ਫਾਦਰ ਆ ਨਾ, ਉਹਦੇ ਰੌਲਾ, ਉਹਤੇ ਕਈ ਕਿਸਮ ਦੇ ਅਪਰਾਧਿਕ ਮਾਮਲੇ ਦਰਜ ਆ, ਔਰ ਉਹਨੂੰ ਜਿਵੇਂ ਸਰਕਾਰ ਨੇ ਬਚਾਇਆ, ਉਹਦੇ ਮੁੰਡੇ ਨੂੰ ਵੀ, ਔਰ ਉਹਨੂੰ ਬਹੁਤ ਲੰਮੇ ਪ੍ਰੋਟੈਸਟਾਂ ਤੋਂ ਬਾਅਦ ਉਹਨੂੰ ਪੇਸ਼ ਕੀਤਾ ਗਿਆ। ਤੇ ਜਿਵੇਂ ਉਹਦੀ ਬੇਲ ਹੋਈ ਤੇ ਉਹ ਕੇਸ, ਉਹਦਾ ਵੀ ਬੜਾ ਰੌਲਾ ਪਿਆ, ਕੀ ਅਸਤੀਫਾ ਦੇਤਾ, ਕੀ ਬ੍ਰਿਜ ਭੂਸ਼ਣ ਮਹਿਰਾ ਨੇ ਅਸਤੀਫਾ ਦੇਤਾ? ਕੁਛ ਨਹੀਂ ਹੈ। ਸਾਡਾ ਕਿਉਂਕਿ ਸਿਸਟਮ ਨਾ ਪਿੰਡਰ ਜੀ, ਜੇ ਮੈਂ ਅਗਲੀ ਗੱਲ ਹੋਰ ਕਰ ਦਵਾਂ, ਜੀ ਸਾਡਾ ਜਿਹੜਾ ਹੁਣ ਦੇ ਲੀਡਰਾਂ ਦਾ ਸੰਬੰਧ ਸਿੱਧਾ ਤੇ ਸਿੱਧਾ ਵੋਟਾਂ ਨਾਲ ਆ, ਉਹਨਾਂ ਲੋਕਾਂ ਨਾਲ ਨਹੀਂ। ਹੁਣ ਇਹ ਮੁਖਤਿਆਰ ਅੰਸਾਰੀ ਦਾ ਰੌਲਾ ਪਿਆ, ਮੁਖਤਿਆਰ ਅੰਸਾਰੀ ਦਾ ਭਾਵੇਂ ਪੰਜਾਬ ਨਾਲ ਬੜਾ ਰੌਲਾ ਪਿਆ ਹੈ, ਪਿੱਛੇ ਜੇ ਵਿਧਾਨ ਸਭਾ ਦੇ ਵਿੱਚ ਵੀ ਰੌਲਾ ਪਿਆ, ਆਪਣੇ ਪੰਜਾਬ ਵਿਧਾਨ ਸਭਾ 'ਚ। ਮੁਖਤਿਆਰ ਅੰਸਾਰੀ ਕੌਣ ਆ? ਮੁਖਤਿਆਰ ਅੰਸਾਰੀ 5 ਵਾਰ ਮਊ ਹਲਕੇ ਤੋਂ MLA ਚੁਣਿਆ ਗਿਆ। ਤੇ ਕੌਣ ਆ ਬੰਦਾ ਉਹ? ਹਾਮਿਦ ਅੰਸਾਰੀ ਉਪ ਰਾਸ਼ਟਰਪਤੀ ਆਪਣੇ ਭਾਰਤ ਦੇ ਸੀਗੇ, ਉਹਨਾਂ ਦਾ ਨਜ਼ਦੀਕੀ ਰਿਸ਼ਤੇਦਾਰ, ਜਿੱਤੇ ਬਹੁਤ ਜ਼ਿਆਦਾ ਕਤਲਾਂ ਦੇ ਕੇਸ, ਫਰੌਤੀਆਂ ਦੇ ਕੇਸ ਦਰਜ ਆ। ਤੇ ਪੰਜਾਬ ਦੇ ਵਿੱਚ ਇੱਕ ਕਤਲ ਕੇਸ ਦੇ ਵਿੱਚ, ਇੱਕ ਫਰੌਤੀ ਦੇ ਕੇਸ ਦੇ ਵਿੱਚ ਉਹਨੂੰ ਕਰਕੇ, ਉਹਨੂੰ ਬਚਾਉਣ ਦੇ ਲਈ ਵੀ ਯੂਪੀ ਦੇ ਵਿੱਚ ਜਿਵੇਂ ਸਿਸਟਮ ਚੱਲ ਰਿਹਾ, ਵਿਰੋਧੀਆਂ ਜਿਹੜੇ ਸੀਗੇ ਵੀ ਉਹਨਾਂ ਨੂੰ ਐਲੀਮੀਨੇਟ ਕਰਨ ਦੀ ਕੋਸ਼ਿਸ਼ ਕਰ ਰਹੀ ਆ, ਤਾਂ ਸਾਡੀ ਸਰਕਾਰਾਂ ਨੇ ਉਹਨੂੰ ਬਚਾਉਣ ਦੇ ਲਈ ਰੋਪੜ ਦੇ ਵਿੱਚ ਜਿਵੇਂ ਸ਼ਾਹੀ ਮਹਿਮਾਨ ਬਣਾ ਕੇ ਰੱਖਿਆ, ਤੁਹਾਡੇ ਸਭ ਦੇ ਸਾਹਮਣੇ ਆ। ਬਿਲਕੁਲ ਤਾਂ ਇਹਦਾ ਇੱਕ ਵਰਤਾਰਾ ਇੱਕ ਆਮ ਹੋ ਚੁੱਕਿਆ। ਪੱਪੂ ਯਾਦਵ ਦੀ ਕਹਾਣੀ ਲੈ ਲਓ, ਬਿਹਾਰ ਦੀ ਲੈ ਲਓ। ਪੱਪੂ ਯਾਦਵ ਇੱਕ ਕਾਮਰੇਡ ਦੇ ਕਤਲ ਦੇ ਸੀਗਾ, ਵੱਡਾ ਮਸ਼ਹੂਰ ਨਾਂ ਅੱਜ ਕੱਲ੍ਹ, ਬੜਾ ਵਧੀਆ, ਉਹਦਾ ਮਤਲਬ MP ਵੀ ਰਿਹਾ ਹੈ। ਉਹਦੀ ਜਿਹੜੀ ਮਿਸੇਜ ਆ, ਉਹ ਬੇਸ਼ੱਕ ਆਪਣੇ ਪੰਜਾਬ ਦੇ ਸਿੱਖ ਘਰਾਣੇ ਨਾਲੋਂ ਸੰਬੰਧ ਰੱਖਦੀ ਹੈ, ਰਣਜੀਤਾ ਯਾਦਵ, ਬੜੀ ਦਲੇਰ ਉਹ MP ਆ, ਉਹਨੇ ਬਹੁਤ ਤਗੜੇ ਲੈਕਚਰ ਵੀ ਲਏ ਆ। ਮਤਲਬ ਉਹਦਾ ਜਿਹੜੇ ਹਸਬੈਂਡ ਦੀ ਮੈਂ ਗੱਲ ਕਰਾਂ, ਉਹਦਾ ਵੀ ਇਦਾਂ ਦਾ ਮਤਲਬ ਪਿਛੋਕੜ ਰਿਹਾ। ਪਰ ਹੁਣ ਬੇਸ਼ੱਕ ਉਹਦੀ ਲਾਈਨ ਥੋੜੀ ਉਹਨੇ ਆਪਣੀ ਚੇਂਜ ਕਰੀ। ਅਰੇ ਇੱਕ ਤਾਂ ਸਟੇਜ ਇਹੀ ਜਿਹੀ ਆ ਗਈ ਬਿਹਾਰ ਦੇ ਵਿੱਚ ਨਾ ਬੈਠ ਕੇ, ਯੂਪੀ ਦੇ ਵਿੱਚ ਬੈਠ ਕੇ, ਜਿਹੜੇ ਬਾਹੂਬਲੀ ਸੀਗੇ, ਜਿਨ੍ਹਾਂ ਨੇ ਜਿੰਨੇ ਜ਼ਿਆਦਾ ਕਤਲ ਕਰੇ ਹੁੰਦੇ ਸੀਗੇ, ਉਨੀ ਛੇਤੀ MP ਬਣਦੇ ਸੀ, ਲੋਕਾਂ 'ਚ ਜਾਣ ਦੀ ਲੋੜ ਨਹੀਂ ਪੈਂਦੀ ਸੀ। ਹੁਣ ਤੁਹਾਡੀ
ਇਲੈਕਸ਼ਨਾਂ ਨਾ ਹੁਣ ਜਦੋਂ ਇਲੈਕਸ਼ਨਾਂ ਦੇ ਵਿੱਚ ਕਾਫੀ ਸਿਸਟਮ ਤਾਂ ਇੱਕ ਵਾਰ ਤਾਂ ਮੈਂ ਇਲੈਕਸ਼ਨਾਂ ਵੀ ਦੇਖੀਆਂ। ਜੇ ਮੈਂ ਜੀ ਪਰਸਨਲ ਗੱਲ ਕਰਦਾ ਨਾ ਤੁਹਾਨੂੰ, ਪਰਸਨਲ ਗੱਲ ਬਿਲਕੁਲ ਕਰਾਂ, ਮੈਂ ਇਲੈਕਸ਼ਨ 'ਚ ਦੇਖੀ ਫਰੀਦਾਬਾਦ ਦੇ ਵਿੱਚ, ਹਰਿਆਣੇ ਦੇ ਵਿੱਚ। ਇੱਕ ਜੀ ਬਾਈ ਇਲੈਕਸ਼ਨ ਸੀਗੀ 1984 ਤੋਂ ਬਾਅਦ ਦੀ ਗੱਲ ਕਰਦਾ। ਅਸੀਂ ਉੱਥੇ ਜਦੋਂ ਵੋਟਾਂ ਪੈ ਰਹੀਆਂ ਸੀ ਨਾ, ਤਾਂ ਵੋਟਾਂ ਪੈਣ ਦੇ ਦੌਰਾਨ ਅਸੀਂ ਗਏ, ਤਾਂ ਉਹ ਮਤਲਬ ਸਪੋਜ਼ ਕਰੋ ਵੀ 7 ਵਜੇ ਵੋਟਿੰਗ ਸ਼ੁਰੂ ਹੋਈ, ਤਾਂ 7:30 ਵਜੇ ਅਸੀਂ ਪਹੁੰਚੇ ਉਹ ਕੈਂਡੀਡੇਟ ਦੇ ਨਾਲ, ਸਪੋਰਟਰ ਦੇ। ਤਾਂ ਉੱਥੇ ਉਹ ਲੋਕ ਕਹਿੰਦੇ ਵੀ 1600 ਚੋਂ 1500 ਵੋਟ ਪੈ ਗਈ। 1500 ਵੋਟ ਧੱਕੇ ਦੇ ਪਾ ਗਏ ਬੂਥ ਕੈਪਚਰ ਕਰਕੇ। ਸੋ ਇਹ ਬੂਥ ਕੈਪਚਰ ਕਰਨ ਲਈ ਮਦਦ ਲਈ ਜਾਂਦੀ ਸੀ ਕਿ ਵੱਡੇ-ਵੱਡੇ ਗੈਂਗਸਟਰਾਂ ਦੀ, ਵੱਡੇ-ਵੱਡੇ ਕ੍ਰਿਮੀਨਲਸ ਦੀ, ਤੇ ਉਹ ਹਦਾਇਤ ਕਰ ਦਿੰਦੇ। ਔਰ ਉਹਨਾਂ ਲੋਕਾਂ ਨੇ ਸਾਨੂੰ ਦੱਸਿਆ ਵੀ ਅੱਜ ਤੱਕ ਅਸੀਂ ਇਸ ਵੋਟ ਦਾ ਕਦੇ ਅਧਿਕਾਰ ਕਦੇ ਵਰਤੇ ਹੀ ਨਹੀਂ ਹੈਗਾ, ਅਸੀਂ ਕਦੇ ਵੋਟ ਹੀ ਨਹੀਂ ਪਾਈ ਵੀ ਸਾਡੀ ਵੋਟ ਤਾਂ ਦੂਜੇ ਹੀ ਪਾਉਂਦੇ ਆ। ਸੋ ਇਹ ਸਿਸਟਮ ਸਾਡੇ ਵੱਖੋ ਵੱਖਰੇ ਸੂਬਿਆਂ ਦੇ ਰਿਹਾ, ਯੂਪੀ ਦੇ ਵਿੱਚ ਰਿਹਾ, ਬਿਹਾਰ ਦੇ ਵਿੱਚ ਵੱਡੇ-ਵੱਡੇ ਡਕੈਤ ਇਹਦੇ ਵਿੱਚ ਭਿੰਡਰ ਜੀ ਸ਼ਾਮਲ ਰਹੇ ਆ। ਤੁਸੀਂ ਹੂੰ ਫੁੱਲਨ ਦੇਵੀ ਦਾ ਯਾਦ ਹੋਣਾ ਤੁਹਾਡੇ, ਫੁੱਲਨ ਦੇਵੀ, ਫੁੱਲਨ ਬਿਲਕੁਲ ਦੇਵੀ ਜੰਬਲ ਘਾਟੀ ਦੀ ਮਸ਼ਹੂਰ ਡਕੈਤ ਸੀਗੀ ਫੁੱਲਨ ਦੇਵੀ। ਉਹਦੇ 22 ਠਾਕਰਾਂ ਦਾ ਕੇਸ ਸੀਗਾ, 22 ਠਾਕਰਾਂ ਦੇ ਮਰਡਰ ਦਾ। ਚਲੋ ਉਹ ਵੱਖਰੀ ਗੱਲ ਆ ਵੀ ਉਹਨੂੰ ਡਕੈਤ ਬਣਨ ਦੇ ਲਈ ਵੀ ਸਾਡੇ ਇਸ ਸਮਾਜ ਨੇ ਮਜਬੂਰ ਕੀਤਾ, ਜਿਨ੍ਹਾਂ ਨੇ ਉਹਦੀ ਪੱਤ ਲੁੱਟੀ, ਉਹਦੀ ਇੱਜ਼ਤ ਖਰਾਬ ਕੀਤੀ ਤੇ ਉਹਨੂੰ ਇਨਸਾਫ ਨਹੀਂ ਮਿਲਿਆ। ਜਦੋਂ ਇਨਸਾਫ ਨਹੀਂ ਮਿਲਿਆ ਤਾਂ ਉਹਨੂੰ ਹਥਿਆਰ ਚੱਕਣੇ ਪਏ, ਹਥਿਆਰ ਚੱਕ ਕੇ ਉਹਨੇ ਕਰਿਆ। ਪਰ ਉਸ ਤੋਂ ਬਾਅਦ ਉਹ ਐਮਪੀ ਵੀ ਰਹੀ ਆ, ਸਾਡੀ ਮੈਂਬਰ ਪਾਰਲੀਮੈਂਟ ਵੀ ਰਹੀ ਹਾਂਜੀ ਆ। ਤੇ ਬਿਲਕੁਲ ਹੁਣ ਦੀ ਚਲੋ ਉਹ ਬਾਅਦ ਦੇ ਵਿੱਚ ਉਹਦਾ ਮਰਡਰ ਹੋ ਗਿਆ, ਉਹ ਮਰਡਰ ਵਾਲੇ ਵੀ ਬਰੀ ਹੋ ਗਏ। ਸਾਰਾ ਸਿਸਟਮ ਵੱਡੇ-ਵੱਡੇ ਡਕੈਤਾਂ ਦੇ, ਤੁਸੀਂ ਕਦੇ ਮਾਧੋ ਸਿੰਘ ਡਕੈਤ ਦਾ ਪਿਛਲੀਆਂ ਉਹਨਾਂ ਦੀਆਂ ਕਦੇ ਇੰਟਰਵਿਊ ਦੇਖ ਲਿਓ। ਡਾਕੂ ਮੋਹਰ ਸਿੰਘ ਸੀਗਾ ਚੰਬਲ ਘਾਟੀ ਦਾ, ਉਹਦੀ ਇੰਟਰਵਿਊ ਦੇਖ ਲਿਓ। ਉਹ ਕਹਿੰਦਾ ਵੀ ਸਾਡੇ ਜਿਹੜੇ ਵੱਡੇ-ਵੱਡੇ ਪੋਲੀਟੀਸ਼ੀਅਨ ਆ, ਵੱਡੀਆਂ-ਵੱਡੀਆਂ ਪੋਲੀਟੀਕਲ ਪਾਰਟੀਆਂ, ਉਹ ਸਾਡੀਆਂ ਵੋਟਾਂ ਪਾਉਣ ਦੇ ਸਮੇਂ ਸਾਡੀ ਮਦਦ ਲੈਂਦੀਆਂ। ਬੇਸ਼ੱਕ ਅਸੀਂ ਸਰੈਂਡਰ ਕਰਤਾ, ਮੁੱਖ ਧਾਰਾ 'ਚ ਆ ਗਿਆ, ਪਰ ਸਾਡੇ ਲਿੰਕ ਹੈਗੇ। ਤੇ ਜਦੋਂ ਅਸੀਂ ਲੋਕਾਂ ਨੂੰ ਸੁਨੇਹਾ ਦਿੰਨਾ ਭਾਈ ਇਸ ਪਾਰਟੀ ਨੂੰ ਵੋਟ ਪਾਉਣੀ ਆ, ਤਾਂ ਲੋਕਾਂ ਦਾ ਝੁਕਾਅ ਡਰਦੇ ਮਾਰੇ ਉਧਰ ਨੂੰ ਹੋ ਜਾਂਦਾ ਹੈ। ਸੋ ਇਹ ਸਾਰਾ ਸਿਸਟਮ, ਇਹਦੇ 'ਚ ਬਦਮਾਸ਼ ਵੀ ਵਿੱਚ ਆ, ਇਹਦੀ ਲੀਡਰ ਵੀ ਵਿੱਚ ਆ, ਇਹ 'ਚ ਸਰਮਾਏਦਾਰ ਵੀ ਵਿੱਚ ਆ। ਕਹਿਣ ਨੂੰ ਲੋਕਤੰਤਰ ਆ, ਪਰ ਲੋਕਾਂ ਦੀ ਗੱਲ ਨਹੀਂ ਹੈਗੀ। ਇਸੇ ਕਰਕੇ ਜਿਹੜਾ ਸ਼ਰੀਫ ਬੰਦਾ ਹੈ, ਉਹ ਇਸ ਦਲਦਲ ਦੇ ਵਿੱਚ ਉਤਰਨ ਤੋਂ ਪਹਿਲਾਂ 1000 ਵਾਰ ਸੋਚਦਾ ਹੈ। ਬਹੁਤ ਹੂੰ ਘੱਟ ਬੰਦੇ, ਤੁਸੀਂ ਗਰੀਬ ਬੰਦੇ ਕਿੰਨੇ ਕਾਇਦ ਜਿਹੜੇ ਕਿ ਬਹੁਤ ਇੰਟੈਲੀਜੈਂਟ ਹੋਣਗੇ, ਸਿਧਾਂਤਕ ਹੋਣਗੇ, ਇਮਾਨਦਾਰ ਹੋਣਗੇ। ਅੱਜ ਦੀ ਇਸ ਯੁੱਗ ਦੇ ਵਿੱਚ ਕਿੰਨੇ ਜਿਹੜੇ ਗਰੀਬ ਬੰਦੇ ਆ, ਜਿਹੜੇ ਇਸ ਸੱਤਾ ਦੇ ਵਿੱਚ ਮੈਦਾਨ ਦੇ ਵਿੱਚ ਆਏ ਆ ਤੇ ਆਪਣੇ ਸਿਰ ਤੇ ਉਸ ਵਿਧਾਨ ਸਭਾ 'ਚ ਪਹੁੰਚੇ ਆ, ਲੋਕ ਸਭਾ 'ਚ ਗਿਣਤੀ ਦੇ ਹੋਣਗੇ। ਤੋਂ ਹੁਣ ਦਾ ਆ ਤਾਂ ਜਿਹੜਾ ਕੁਛ ਆਧਾਰ ਨਹੀਂ ਸਾਹਮਣੇ ਆਉਂਦੀਆਂ ਨੇ। ਤੇ ਐਡਵੋਕੇਟ ਸਾਹਿਬ, ਜੇਕਰ ਆਪਾਂ ਗੱਲ ਕਰ ਲਈਏ ਕਿ ਅਜਿਹੇ ਅਕਸ, ਜਿਹੜਾ ਆਪਾਂ ਅਪਰਾਧ ਅਕਸ ਦੀ ਇੱਕ ਮੀਡੀਆ ਰਿਪੋਰਟ ਉੱਤੇ ਚਰਚਾ ਕਰ ਰਹੇ ਹਾਂ, ਤੇ ਅਜਿਹੇ ਅਕਸ ਵਾਲਿਆਂ ਨੂੰ ਅਗਲੀ ਚੋਣ ਲੜਨ ਤੋਂ ਰੋਕਿਆ ਜਾ ਸਕਦਾ ਕਿ ਦੇਖੋ ਅਜਿਹਾ ਉਹਨਾਂ ਤੇ ਕੋਈ ਬੈਨ ਹੈਗਾ? ਇਹ ਕੀ ਇਹਦੇ ਥੋੜਾ ਜਿਹਾ ਖੋਲਿਓ। ਦੇਖੋ ਗੱਲ ਭਿੰਦਰ ਜੀ, ਗੱਲ ਬੜੀ, ਜਿਹੜਾ ਸਾਡਾ ਕਾਨੂੰਨ ਹੈ ਨਾ ਬੜਾ ਲਚਕੀਲਾ ਹੈ। ਠੀਕ ਹੈ ਜਦੋਂ ਤੱਕ ਕਹਿੰਦੇ ਸਜ਼ਾ ਨਹੀਂ ਮਿਲਦੀ, ਉਹਨੂੰ ਅਪਰਾਧੀ ਨਹੀਂ ਮੰਨਿਆ ਜਾਂਦਾ। ਜੀ ਤੁਸੀਂ ਅਰੈਸਟ ਕਰ ਲਿਆ, ਠੀਕ ਆ, ਪਰ ਉਹਦਾ ਕੇਸ ਚੱਲ ਰਿਹਾ ਹੈ। ਜਦੋਂ ਤੱਕ ਅਦਾਲਤ ਵੱਲੋਂ ਉਹਨੂੰ ਸਜ਼ਾ ਨਹੀਂ ਦਿੱਤੀ ਜਾਂਦੀ, ਹੁਣ ਅਦਾਲਤ ਵੱਲੋਂ ਹੇਠਾਂ ਸਜ਼ਾ ਹੋ ਗਈ ਸਪੋਜ਼ ਕਰੋ, ਤਾਂ ਉਹਦੀ ਸਜ਼ਾ ਉਸ ਸਮੇਂ ਤੱਕ ਸਟੇ ਵੀ ਹੋ ਜਾਂਦੀ ਹੈ ਅੱਗੇ। ਉਹ ਕਹਿੰਦੇ ਵੀ ਅਗਲੀ ਅਦਾਲਤ 'ਚ ਕੇਸ ਚੱਲ ਰਿਹਾ, ਹੇਠਲੀ ਸਟੇ ਹੋ ਗਈ, ਇਟ ਮੀਨਸ ਉਹ ਸਜ਼ਾ ਜਿਹੜੀ ਮੁਲਤਵੀ ਹੋ ਗਈ। ਜਦੋਂ ਤੱਕ ਫੁੱਲ ਕੰਪਲੀਟ ਡਿਸੀਜਨ ਨਹੀਂ ਆਉਂਦਾ ਸਾਡੇ ਕਾਨੂੰਨ ਅਨੁਸਾਰ, ਉਹਨੂੰ ਆਪਾਂ ਨਹੀਂ ਰੋਕ ਸਕਦੇ। ਇਹ ਤਾਂ ਕੋਈ ਚੋਣ ਕਮਿਸ਼ਨ ਨੇ ਕੋਈ ਸੁਧਾਰ ਕਰ ਦੇਵੇ ਵੀ ਜਿਹਤੇ ਇੱਕ ਵਾਰ ਪਰਚਾ ਦਰਜ ਹੋ ਗਿਆ, ਜਿਹਤੇ ਇਸੇ ਗੰਭੀਰ ਅਪਰਾਧ ਆ, ਚਾਹੇ ਉਹਨੂੰ ਸਜ਼ਾ ਹੋਈ ਜਾਂ ਨਹੀਂ, ਉਹ ਚੋਣ ਨਹੀਂ ਲੜ ਸਕਦਾ, ਫਿਰ ਤਾਂ ਕੁਛ ਹੋ ਜਾਵੇ। ਪਰ ਜੇ ਅਸੀਂ ਹੁਣ ਅਦਾਲਤਾਂ ਦੀ ਗੱਲ ਕਰੀਏ, ਅਦਾਲਤਾਂ ਸਾਡੇ ਲੱਖਾਂ ਕੇਸ ਪੈਂਡਿੰਗ ਪਏ ਆ, ਜਿਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ। ਸੁਪਰੀਮ ਕੋਰਟ ਵਾਰ-ਵਾਰ, ਸਾਡੇ ਜਿਹੜੇ ਮੁੱਖ ਚੀਫ ਜਸਟਿਸ ਆ ਚੰਦਰਚੂੜ ਜੀ, ਉਹ ਕਿੰਨੀ ਵਾਰ ਕਹਿ ਚੁੱਕੇ ਆ ਵੀ ਲੋਕਾਂ ਨੂੰ ਇਨਸਾਫ ਨਹੀਂ ਮਿਲੇ, ਲੋਕਾਂ ਦੀ ਉਮਰ ਲੰਘ ਜਾਂਦੀ ਆ ਤੇ ਫੈਸਲਾ ਨਹੀਂ ਹੁੰਦਾ। ਸੋ ਇਹ ਜਿਹੜੀਆਂ ਕਹਾਣੀਆਂ, ਇਹ ਤਾਂ ਸਾਡੇ ਸਿਸਟਮ ਦੇ ਵਿੱਚ ਹੈਗੀਆਂ। ਇਹ ਚੋਣ ਕਮਿਸ਼ਨ ਕੁਝ ਕਰੇ, ਪਰ ਚੋਣ ਕਮਿਸ਼ਨ ਜਿਹੜਾ ਅੱਜ ਦਾ ਨਾ ਭਿੰਦਰ ਜੀ, ਇਹ ਵੀ ਅਸਲੀਅਤ ਆ ਵੀ ਚੋਣ ਕਮਿਸ਼ਨ ਵੀ ਸੱਤਾਧਾਰੀਆਂ ਦੇ ਪ੍ਰਭਾਵ ਹੇਠ ਆ। ਤੁਹਾਡੇ ਯਾਦ ਹੋਣਾ ਤੁਹਾਡੇ ਯਾਦ ਆ ਇੱਕ ਵਾਰ ਪੰਜਾਬ ਦੇ ਵਿੱਚ ਇਲੈਕਸ਼ਨਾਂ ਚੱਲ ਰਹੀਆਂ ਸੀਗੀਆਂ ਤੇ ਨਰਸਿਮਹਾ ਰਾਓ ਜੀ ਆ ਗਏ ਸੀਗੇ ਤੇ TN ਸੈਸ਼ਨ ਆਪਣੇ ਮੁੱਖ ਚੋਣ ਅਗਲੇ ਦਿਨ, ਮਤਲਬ ਇਲੈਕਸ਼ਨਾਂ ਸਵੇਰੇ ਪੈਣੀਆਂ ਸੀਗੀਆਂ ਵੋਟਾਂ, ਸਾਰਾ ਰਾਤ ਨੂੰ ਹੀ ਕੈਂਸਲ ਹੋ ਗਈਆਂ ਸੀਗੀਆਂ ਕਿਉਂਕਿ ਉਹਨਾਂ ਨੂੰ ਸੂਟ ਨਹੀਂ ਕਰਦੀਆਂ ਸੀਗੀਆਂ। ਸੋ ਇਹ, ਹਾਲਾਂਕਿ ਉਹ ਪੰਜਾਬ ਦੇ ਵਿੱਚ ਉਹ ਇਲੈਕਸ਼ਨਾਂ ਲਈ ਲੜਨ ਵਾਲੇ ਬਹੁਤ ਸਾਰੇ 25-30 ਉਮੀਦਵਾਰ ਆਪਣੀ ਜਾਨਾਂ ਤੋਂ ਹੱਥ ਧੋ ਬੈਠੇ ਸੀਗੇ। ਉਹਨਾਂ ਨੇ ਇਹ ਨਹੀਂ ਸਮਝਿਆ ਵੀ ਜਿਹੜੇ ਲੜ ਰਹੇ ਆ ਉਹਨਾਂ ਨੂੰ ਤਾਂ ਵੋਟਾਂ ਦਾ ਮੌਕਾ ਦੇ ਦਿਓ। ਉਹਨਾਂ ਨੂੰ ਐ ਸੀਗਾ ਵੀ ਕੋਈ ਐਸੀ ਧਿਰ ਆ ਜੂਗੀ ਜਿਹੜੀ ਸਾਡੇ ਨਾਲ
ਬਰਾਬਰ ਖੜੂਗੀ, ਸਾਡੀ ਗੱਲ ਨਹੀਂ ਸੁਣੂਗੀ, ਆਪਣੇ ਅਨੁਸਾਰ ਚੱਲੂਗੀ, ਉਹਨਾਂ ਨੇ ਵੋਟਾਂ ਹੀ ਕੈਂਸਲ ਕਰਤੀਆਂ। ਸੋ ਇਹ ਸਿਸਟਮ ਜਿਹੜਾ ਸਾਡੇ ਨਾ ਬਹੁਤ ਹੀ ਲੋਕਤੰਤਰ ਅਜੀਬੋ-ਗਰੀਬ ਜਿਹਾ ਲੋਕਤੰਤਰ ਹੈ, ਤਾਂ ਲੋਕਤੰਤਰ ਆ, ਲੋਕਾਂ ਦਾ ਤੰਤਰ ਆ, ਪਰ ਤੰਤਰ ਕੁਛ ਹੋਰ ਆ ਇਹ, ਜਿਹੜੀ ਇਹਦੇ ਇੱਕ ਮਤਲਬ ਬਹੁਤ ਗੰਭੀਰ ਆ ਜਿਹੜਾ ਲੋਕ ਭੁਗਤ ਰਹੇ ਆ ਇਹਦੇ ਨਤੀਜੇ। ਕਹਿੰਦਾ ਭਾਵ ਕਿ ਜਿਹੜਾ ਅਪਰਾਧ ਅਕਸ ਹੈ ਇਹ ਡੈਮੋਕ੍ਰੇਸੀ ਦੇ ਲਿਹਾਜ਼ ਤੋਂ ਇੱਕ ਮਾਈਨਰ ਹੈ। ਬੰਦਾ ਚੋਣ ਲੜ ਵੀ ਸਕਦਾ ਹੈ, ਇੱਕ ਨਹੀਂ ਕਈ ਕੰਟੀਨਿਊ ਲੜ ਸਕਦਾ, ਕਈ ਵਾਰ ਲੜ ਸਕਦਾ ਹੈ। ਆਮ ਦੇਖਿਆ ਹੀ ਹੈ ਕਿ ਤੁਸੀਂ ਜਿਨ੍ਹਾਂ ਦਾ ਜ਼ਿਕਰ ਕੀਤਾ ਹੈ ਉਹ ਵਾਰ-ਵਾਰ ਚੋਣ ਲੜ ਰਹੇ ਨੇ, ਜਿਨ੍ਹਾਂ ਦੇ ਵਿੱਚ ਆਪਾਂ ਵਿਧਾਇਕਾਂ ਦਾ ਚਰਚਾ ਕੀਤੀ ਹੈ, ਨਾਲ ਤੁਸੀਂ MP ਦੇ ਪੱਖ ਵੀ ਕਈ ਖੋਲ੍ਹੇ ਨੇ ਜੀ। ਐਡਵੋਕੇਟ ਸਾਹਿਬ, ਜੇਕਰ ਆਪਾਂ ਅਮਰੀਕਨ ਸਿਸਟਮ ਦੀ ਗੱਲ ਕਰੀਏ ਤਾਂ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਦੀ ਚੋਣ ਸਿਰਫ 2 ਵਾਰ ਬੰਦਾ ਲੜ ਸਕਦਾ। ਬਰਾਕ ਓਬਾਮਾ 2 ਵਾਰ ਲੜਿਆ, ਉਹ ਤੋਂ ਬਾਅਦ ਕੰਮ ਤੇ ਚਲੇ ਗਿਆ। ਜਾਰਜ ਬੁਸ਼ ਲੜਿਆ, ਕੰਮ ਤੇ ਚਲਾ ਗਿਆ। ਟਰੰਪ ਦੂਜੀ ਵਾਰ ਹਾਰ ਗਿਆ, ਵੱਖਰੀ ਗੱਲ ਆ। ਤੇ ਹੁਣ ਮਤਲਬ ਜੌਨ ਬਾਈਡਨ ਜੀ 1 ਵਾਰ ਹੋਰ ਲੜ ਸਕਦੇ ਜੇ ਲੜਨੇ ਹੋਣਗੇ, ਪਰ ਸਾਡੇ ਕੋਈ ਸੀਮਾ ਨਹੀਂ ਹੈ। 2 ਵਾਰ ਮੋਦੀ ਜੀ 2 ਵਾਰ ਤਾਂ ਪ੍ਰਧਾਨ ਮੰਤਰੀ ਰਹਿ ਲਏ, ਹੁਣ ਤੀਜੀ ਵਾਰ ਫਿਰ ਤਿਆਰੀ ਆ, ਮਤਲਬ ਟਰਾਈ ਕਰ ਰਹੇ ਆ, ਬਣਨ ਨਾ ਬਣਨ ਵੱਖਰੀ ਗੱਲ ਆ। 5 ਵਾਰ 10 ਵਾਰ 20 ਵਾਰ, ਕਈਆਂ ਦੀ ਤਾਂ ਸਾਰੀ ਉਮਰੇ ਲੋਕ ਸਭਾ 'ਚ ਲੰਘ ਜਾਂਦੀ ਆ। ਇਹੋ ਜਿਹਾ ਕੋਈ ਸਿਸਟਮ ਨਹੀਂ ਹੈਗਾ ਇੱਥੇ, ਸਾਡੇ ਦੇਸ਼ 'ਚ ਨਹੀਂ ਹੈਗਾ। ਸਾਡੇ ਦੇਸ਼ 'ਚ ਤਾਂ ਸਿਸਟਮ ਜਿਹੜਾ ਹੈਗਾ, ਜੇ ਦਾਦਾ ਬਣ ਗਿਆ, ਅੱਗੇ ਉਹਦਾ ਮੁੰਡਾ ਬਣ ਗਿਆ, ਫਿਰ ਉਹਦਾ ਮੁੰਡਾ ਬਣ ਗਿਆ, ਅਗਲੇ ਛੋਟੇ ਜਵਾਕਾਂ ਦਾ ਵੀ ਪਲੈਨਿੰਗ ਬਣਾ ਲੈਂਦੇ ਆ ਵੀ ਇਹਨੂੰ ਆਪਾਂ ਨੇ MLA ਬਣਾਉਣਾ ਜਾਂ ਮੰਤਰੀ ਬਣਾਉਣਾ ਜਾਂ ਲੋਕ ਸਭਾ 'ਚ ਭੇਜਣਾ, ਪਹਿਲਾਂ ਹੀ ਬਣਨੀਆਂ ਸ਼ੁਰੂ ਹੋ ਜਾਂਦੀ ਆ। ਤੇ ਆਮ ਬੰਦੇ ਤਾਂ ਤਾੜੀਆਂ ਬਿਲਕੁਲ ਐਡਵੋਕੇਟ ਸਾਹਿਬ, ਇਹ ਜਿਹੜਾ ਪਰਿਵਾਰਵਾਦ ਹੈ, ਹਾਲਾਂਕਿ ਕਈ ਪਾਰਟੀਆਂ ਅਜਿਹਾ ਕਹਿ ਰਹੀਆਂ ਨੇ ਕਿ ਸਾਡੇ 'ਚ ਨਹੀਂ, ਪਰੰਤੂ ਜੇਕਰ ਘੋਖੀਏ ਤਾਂ ਉਹਨਾਂ ਦੇ ਵਿੱਚ ਵੀ ਪਰਿਵਾਰਵਾਦ ਇਸ ਵੇਲੇ ਗੁੜਚ ਹੋ ਚੁੱਕਿਆ। ਆਪਾਂ ਗੱਲ ਕਰ ਰਹੇ ਹਾਂ ਭਾਜਪਾ ਨੇ ਹਮੇਸ਼ਾ ਦੋਸ਼ ਕਾਂਗਰਸ ਤੇ ਜਾਂ ਹੋਰ ਕਈ ਸਿਆਸੀ ਪਾਰਟੀਆਂ ਤੇ ਲਾਏ ਕਿ ਇਹ ਪਰਿਵਾਰਵਾਦ ਨੂੰ ਅੱਗੇ ਵਧਾ ਰਹੀਆਂ ਨੇ, ਜਿਹਦੇ ਨਾਲ ਦੇਸ਼ ਨੁਕਸਾਨ ਦੇ ਵਿੱਚ ਜਾ ਰਿਹਾ ਹੈ। ਪਰੰਤੂ ਅੱਜ ਭਾਜਪਾ ਨੂੰ ਦੇਖੀਏ, ਜੇਕਰ ਆਪਾਂ ਪੰਜਾਬ ਦੀ ਗੱਲ ਕਰ ਲਈਏ ਤਾਂ ਜਿਹੜੇ ਆਗੂ ਨੇ ਉਹ ਪਰਿਵਾਰਵਾਦ ਨੂੰ ਬੜਾ ਤੇਜ਼ੀ ਦੇ ਨਾਲ ਸਿਆਸੀ ਲਿਹਾਜ਼ ਤੋਂ ਅੱਗੇ ਵਧਾ ਰਹੇ ਨੇ ਜੀ। ਐਡਵੋਕੇਟ ਸਾਹਿਬ, ਬਿਲਕੁਲ ਤੁਹਾਡੀ ਗੱਲ ਸਹੀ ਆ। ਦੇਖੋ, ਜਿਹੜਾ ਹੁਣ ਨਾ ਕਿਸੇ ਵੀ ਪਾਰਟੀ ਦਾ ਕੋਈ ਸਿਧਾਂਤ ਨਹੀਂ ਹੈਗਾ, ਉਹ ਸਿਰਫ ਕਾਗਜ਼ਾਂ ਦੇ ਵਿੱਚ ਆ, ਉਹਨਾਂ ਦੀ ਕਿਤਾਬਾਂ ਦੇ ਵਿੱਚ। ਹੁਣ ਜਿਹੜੇ ਲੋਕ ਆਲੋਚਨਾ ਕਰਦੇ ਆ ਪਹਿਲਾਂ BJP ਦੀ ਵੱਡੀ ਪੱਧਰ ਤੇ ਕਰਦੇ ਆ ਵੀ ਲੈ ਵੀ ਸਾਡੀ ਦਾ ਜਿਹੜੀ ਕਬਰ ਦੀ ਮਿੱਟੀ ਵੀ ਸਾਡੀ, ਉਹ ਵੀ ਇਹਨਾਂ ਨਾਲ ਸਮਝੌਤਾ ਨਹੀਂ ਕਰੂਗੀ। ਵਿਰੋਧਤਾ ਅਗਲੇ ਦਿਨ ਥੋੜੇ ਦਿਨਾਂ ਬਾਅਦ ਪਤਾ ਲੱਗਦਾ ਜੇ BJP ਸ਼ਾਮਲ ਹੋ ਗਏ। ਤੁਸੀਂ ਜਾ ਆਪਣੇ ਪਟਿਆਲੇ ਵਾਲੇ ਮੁੱਖ ਮੰਤਰੀ ਸਾਹਿਬ ਦੀ ਗੱਲ ਕਰ ਲਓ, ਕੈਪਟਨ ਅਮਰਿੰਦਰ। ਇਹਨਾਂ ਨੇ ਕਿਹੜੀ ਪਾਰਟੀ ਆ? ਇਹ ਪਹਿਲਾਂ ਕਾਂਗਰਸ ਸੀਗੇ, ਫਿਰ ਅਕਾਲੀ ਦਲ 'ਚ ਆ ਗਏ। ਪਹਿਲਾਂ ਇੱਕ ਵੱਖਰੀ ਪਾਰਟੀ ਬਣਾ ਲਈ, ਫਿਰ ਅਕਾਲੀ ਦਲ 'ਚ ਆ ਗਏ, ਅਕਾਲੀ ਦਲ ਤੋਂ ਫਿਰ ਕਾਂਗਰਸ ਚਲੇ ਗਏ। 2 ਵਾਰ ਮੁੱਖ ਮੰਤਰੀ ਰਹਿ ਲਏ ਕਾਂਗਰਸ ਵੱਲੋਂ, ਹੁਣ BJP ਚਲੇ ਗਏ। ਤੋ ਇਸੇ ਤਰ੍ਹਾਂ ਇਹਨਾਂ ਦੇ ਨਾਲ ਦੇ ਸਾਥੀ ਲਾ ਲਓ ਜਿੰਨੇ ਵੀ ਹੈਗੇ ਆ, ਸੁਨੀਲ ਕੁਮਾਰ ਜਾਖੜ ਜੀ, ਇਹਨਾਂ ਦਾ ਦੇਖ ਲਓ ਤੁਸੀਂ ਸਿਸਟਮ। ਇਹ ਕਾਂਗਰਸ ਸੀਗੇ, ਹੁਣ BJP ਦੇ ਪ੍ਰਧਾਨ ਆ, ਪਹਿਲਾਂ ਕਾਂਗਰਸ ਦੇ ਪ੍ਰਧਾਨ ਸੀ। ਕੋਈ ਦੇਖੋ ਸਿਸਟਮ ਪਤਾ ਕੀ ਆ, ਸਿਸਟਮ ਇਹ ਆ ਵੀ ਅਸੀਂ ਵੋਟਾਂ ਕਿਵੇਂ ਲੈਣੀਆਂ, ਸੀਟਾਂ ਕਿਵੇਂ ਲੈਣੀਆਂ। ਐਡਵੋਕੇਟ ਸਾਹਿਬ, ਇੱਕ ਹੋਰ ਤਰ੍ਹਾਂ ਦੀ ਪੁੱਠਾ ਗੇੜ ਵੀ ਸਾਹਮਣੇ ਆ ਰਿਹਾ ਹੈ। ਭਾਜਪਾ ਦੇ ਸਾਬਕਾ ਆਗੂ ਅਸ਼ਵਨੀ ਕੁਮਾਰ ਸ਼ਰਮਾ ਇਨੀ ਦਿਨੀ ਥੋੜੇ ਨਾਰਾਜ਼ ਦੱਸੇ ਜਾ ਰਹੇ ਨੇ। ਇਸ ਤੋਂ ਪਹਿਲਾਂ ਜਿਹੜੇ ਕੁਝ ਆਗੂ ਕਾਂਗਰਸ ਦੇ ਪ੍ਰਧਾਨ ਰਹੇ, ਅੱਜ ਕੱਲ੍ਹ ਭਾਜਪਾ ਦੇ ਪ੍ਰਧਾਨ ਨੇ, ਤਾਂ ਉਹ ਵੀ ਜਾ ਕੇ ਨਵੀਂ ਸੱਤਾ ਦੇ ਵਿੱਚ ਐਡਜਸਟ ਹੋ ਸਕਦੇ ਨੇ। ਭਾਵੇਂ ਉਹਨਾਂ ਨੇ ਇਹ ਗੱਲ ਇਨਕਾਰ ਕੀਤੀ ਹੈ ਕਿ ਉਹ ਕਿਸੇ ਨਹੀਂ, ਉਹ ਹਮੇਸ਼ਾ ਪੱਕੇ ਵਫਾਦਾਰ ਨੇ ਭਾਜਪਾ ਦੇ, ਪਰੰਤੂ ਚਰਚਾ ਹੈ, ਮੀਡੀਆ ਰਿਪੋਰਟ ਵੱਡੇ ਪੱਧਰ ਉੱਤੇ ਇੱਕ ਪ੍ਰਕਾਸ਼ਿਤ ਹੋਈ ਹੈ, ਜਿਹਦੇ ਵਿੱਚ ਇਹ ਗੱਲ ਵੱਡੇ ਪੱਧਰ ਉੱਤੇ ਉੱਭਰ ਕੇ ਸਾਹਮਣੇ ਆਉਂਦੀ ਹੈ ਜੀ। ਐਡਵੋਕੇਟ ਸਾਹਿਬ, ਬਿਲਕੁਲ ਦੇਖੋ, ਗੱਲ ਇਹ ਆ ਵੀ ਜਿਹੜੇ ਰਾਜਨੀਤਿਕ ਲੋਕ ਆ ਨਾ ਆਪਣੇ ਇੱਥੇ ਭਾਰਤ ਦੇ, ਇਹਨਾਂ ਦਾ ਕੋਈ ਸਿਧਾਂਤ ਨਹੀਂ ਹੈਗਾ। ਪਹਿਲੀ ਗੱਲ ਤਾਂ ਇਹ ਮੰਨ ਲਓ ਤੁਸੀਂ ਵੀ ਇਹਨਾਂ ਦਾ ਕੋਈ ਸਿਧਾਂਤ ਨਹੀਂ। ਇਹਨਾਂ ਦਾ ਦੇਖਣਾ ਵੀ ਇਹਨਾਂ ਨੇ ਕੁਰਸੀ ਕਿਵੇਂ ਮਿਲਦੀ ਆ। ਹੁਣ ਇੱਥੇ ਇਹਨਾਂ ਨੇ ਦੇਖਿਆ ਵੀ ਜਿਹੜੇ BJP ਦੇ ਲੋਕ ਆ, ਉਹ ਅਸਲ ਦੇ ਵਿੱਚ ਸਾਨੂੰ ਸੱਤਾ ਦੇ ਵਿੱਚ ਲਿਆਉਣ ਦੇ ਵਿੱਚ ਕਾਮਯਾਬ ਨਹੀਂ ਹੋਣਗੇ, ਕਿਉਂਕਿ ਉਹਨਾਂ ਦੇ ਲੋਕਾਂ ਦੇ ਵਿੱਚ ਇੰਨਾ ਆਧਾਰ ਨਹੀਂ, ਖਾਸ ਤੌਰ ਤੇ ਪਿੰਡਾਂ ਦੇ ਵਿੱਚ। ਫਿਰ ਉਹਨਾਂ ਨੇ ਸੋਚਿਆ ਵੀ ਇੱਥੇ ਉਹਨਾਂ ਜਿਹੜੇ ਲੀਡਰਾਂ ਨੂੰ ਇਸ ਤਰੀਕੇ ਨਾਲ ਲਿਆਂਦਾ ਜਾਵੇ, ਪਰ ਉਹਦੇ ਲਈ ਜਿਵੇਂ ਫਿਰ ਵਰਤੋਂ ਕਰਦੇ ਆ ਇਹ, ਜਿਹਨੂੰ ਅੱਜ ਕੱਲ੍ਹ ਨਿਰਮਾ ਵਾਸ਼ਿੰਗ ਮਸ਼ੀਨ ਵੀ ਕਹਿੰਦੇ ਆ, ਜਿੱਥੇ ਜਾ ਕੇ ਕਰਪਸ਼ਨ ਚਾਰਜਿਸ ਆ। ਹੁਣ ਕਾਂਗਰਸ ਦੇ ਪਤਾ, ਆਪਾਂ ਸਾਰਿਆਂ ਨੂੰ ਪਤਾ ਹੈ ਵੀ ਜਿਨ੍ਹਾਂ ਤੇ ਵੱਡੇ ਆਰੋਪ ਆ, ਕਰਪਸ਼ਨ ਚਾਰਜਿਸ ਸੀਗੇ, ਵੱਡੇ ਦੋਸ਼ ਆ, ਉਧਰ ਜਾਂਦੇ ਹੀ ਠੀਕ ਹੋ ਜਾਂਦੇ ਆ। ਉਧਰ ED ਦੀ ਕੋਈ ਸਮੱਸਿਆ ਨਹੀਂ ਆਉਂਦੀ। ਇਹ ਜਿਹੜੇ ਹੁਣ BJP ਵਾਲਿਆਂ ਦਾ ਇਹ ਹੱਕ ਖੋਏ ਜਾ ਰਹੇ ਆ। ਜੇ ਹੁਣ ਕੋਈ BJP ਵਾਲਾ ਇੱਧਰ, ਉਹਨੂੰ ਪਤਾ ਵੀ ਹੁਣ ਮੇਰਾ ਹੱਕ ਤਾਂ ਖੋਇਆ ਗਿਆ, ਮੈਂ ਜਿਹੜੇ ਸੁਪਨੇ ਲੈ ਕੇ ਇਹਦੇ 'ਚ ਆਇਆ ਸੀਗਾ, ਲੰਮੇ ਸਮੇਂ ਤੋਂ ਮੈਂ ਕੰਮ ਕਰਿਆ, ਵੱਡੇ ਲੰਮੇ ਸਮੇਂ ਤੋਂ ਮੇਰੇ ਸਾਥੀ ਕੰਮ ਕਰ ਰਹੇ ਵੀ ਉਹਨਾਂ ਦੇ ਉੱਪਰ ਹੋਰ ਆ ਕੇ ਬਿਠਾ ਦੇ। ਤਾਂ ਨੈਚੁਰਲੀ ਆ, ਹਿਊਮਨ ਬੀਇੰਗ ਆਪਾਂ ਜੇ
ਸੋਚੀਏ ਤਾਂ ਉਹਦੇ ਦਿਲ 'ਚ ਵੀ ਆਊਗੀ ਗੱਲ ਵੀ ਜਿਸ ਮੈਂ ਸੱਤਾ ਦੇ ਲਈ ਆਪਣੀ ਸਾਰੀ ਜ਼ਿੰਦਗੀ ਲਾਤੀ ਤੇ ਉਹ ਹੁਣ ਮੈਨੂੰ ਨਹੀਂ ਮਿਲਣੀ, ਤਾਂ ਹੁਣ ਮੈਨੂੰ ਕੋਈ ਹੋਰ ਜਿਹੜਾ ਰਾਹ ਅਖਤਿਆਰ ਕਰਨਾ ਪੈਣਾ ਹੈ। ਤੇ ਇੱਥੇ ਕੋਈ ਇਹ ਤਾਂ ਹੈ ਨਹੀਂ ਹੈ, ਇੱਥੇ ਤਾਂ ਚਾਹੇ ਦਿਨ 'ਚ 4 ਪਾਰਟੀਆਂ ਚੇਂਜ ਕਰ ਲਓ। 4 ਵਾਰ ਉੱਧਰ ਚਲੇ ਜਾਓ, 4 ਵਾਰ ਉੱਧਰ ਆ ਜਾਓ, ਕੋਈ ਫ਼ਰਕ ਨਹੀਂ ਹੈਗਾ। ਤੇ ਸਾਡੇ ਜਿਹੜੇ ਲੋਕ ਆ, ਉਹ ਵੀ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਉਹ ਵੀ ਕਿਸ ਮਿੱਟੀ ਦੇ ਬਣੇ ਹੋਏ ਆ। ਮੈਂ ਆਮ ਇਲੈਕਸ਼ਨਾਂ ਦੇ ਵਿੱਚ ਵੀ ਦੇਖਿਆ ਨਾ, ਜੇ ਕੋਈ ਇਮਾਨਦਾਰ ਬੰਦਾ ਹੋਵੇ, ਸਾਡੀ ਵੀ ਦੇਖੋ ਲੋਕਾਂ ਦੀ ਪ੍ਰਵਿਰਤੀ ਵੀ ਉਹੀ ਜਿਹੀ ਬਣ ਚੁੱਕੀ ਆ। ਜਿਹੜੇ ਸਾਡੇ ਆਮ ਲੋਕ ਹੁੰਦੇ ਆ ਨਾ, ਅਸੀਂ ਜੇ ਛੋਟੀਆਂ ਇਲੈਕਸ਼ਨਾਂ ਦੀ ਵੀ ਗੱਲ ਕਰ ਲਈਏ, ਐਮਸੀ ਦੀ ਗੱਲ ਕਰ ਲਈਏ, ਸਰਪੰਚੀ ਦੀ ਗੱਲ ਕਰ ਲਈਏ, ਜਿਹੜਾ ਐਮਸੀ ਇਮਾਨਦਾਰ ਹੋਊਗਾ, ਸਰਪੰਚ ਇਮਾਨਦਾਰ ਹੋਊਗਾ, ਉਹਨੇ ਤੁਹਾਨੂੰ ਮੀਟ, ਆਂਡਾ, ਸ਼ਰਾਬ ਤੋਂ ਦੂਰ ਉਹਨੇ ਚਾਹ ਵੀ ਨਹੀਂ ਪਿਲਾਣੀ, ਕਿਉਂਕਿ ਉਹਦੀ ਕੋਈ ਕਪੈਸਿਟੀ ਨਹੀਂ ਹੁੰਦੀ। ਲੋਕ ਕਹਿੰਦੇ ਆ ਕਿੱਥੇ ਭੁੱਖੇ ਨੰਗੇ ਨਾਲ ਵਾਹ ਪੈ ਗਿਆ, ਤਾਂ ਹੁਣੇ ਨਹੀਂ ਪੁੱਛਦਾ, ਬਾਅਦ 'ਚ ਕਿਹਨੇ ਪੁੱਛਣਾ। ਉਹਨਾਂ ਨੂੰ ਵੀ ਉਹ ਚਾਹੀਦਾ ਹੈ, ਜਿਹੜਾ ਉਹਨਾਂ ਨੂੰ ਚਿਕਨ ਖਿਲਾਵੇ, ਉਹਨਾਂ ਨੂੰ ਆਂਡੇ, ਮੁਰਗੇ, ਸੈਰ ਕਰਾਵੇ, ਪਹਾੜਾਂ ਦੀ ਸੈਰਾਂ 'ਚ ਲੈ ਕੇ ਜਾਵੇ, ਸਾਰਾ ਕੁਛ ਵਰਤਾਵੇ। ਲੋਕ ਵੀ ਉਹਨੂੰ ਦੇਖ ਕੇ ਖੁਸ਼ ਹੁੰਦੇ ਆ। ਇਹ ਇੱਕ ਸਿਸਟਮ ਦਾ ਨਿਘਾਰ ਦੇ ਵਿੱਚ ਅਸੀਂ ਲੋਕ ਵੀ ਸ਼ਾਮਲ ਹਾਂ, ਕਿਉਂਕਿ ਲੋਕ ਵੀ ਉਹਨਾਂ ਦੇ ਉਸ ਸਿਸਟਮ ਨੂੰ ਐਕਸੈਪਟ ਕਰ ਰਹੇ ਆ ਜਿਹੜਾ ਉਹ ਸਾਨੂੰ ਦੇਣਾ ਚਾਹੁੰਦੇ ਆ। ਫਿਰ ਅਸੀਂ ਬਾਅਦ 'ਚ 5 ਸਾਲ ਪਿੱਟਦੇ ਹਾਂ, ਸਾਡਾ ਇਹ ਨਹੀਂ ਹੋ ਰਿਹਾ। ਜਿਸ ਬੰਦੇ ਨੇ ਲੱਖਾਂ ਕਰੋੜਾਂ ਲਾ ਕੇ ਇਲੈਕਸ਼ਨਾਂ ਜਿੱਤੀਆਂ, ਉਹ ਪਹਿਲਾਂ ਆਪਣਾ ਘਰ ਪੂਰਾ ਕਰੂਗਾ, ਤੁਹਾਡਾ ਕੰਮ ਕਰੂਗਾ। ਫਿਰ ਕਹਿੰਦੇ ਗ੍ਰਾਂਟਾਂ 'ਚ ਇਹ ਹੋ ਗਿਆ। ਇਹੀ ਤਰ੍ਹਾਂ ਦਾ ਇੱਕ ਸਵਾਲ ਹੈ, ਬਿਲਕੁਲ ਇਹ ਸਵਾਲ ਉਸਦਾ। ਤੇ ਬਰਾੜ ਸਾਹਿਬ, ਜਿਹੜੇ ਹੁਣ ਆਪਾਂ ਦੇਖਦੇ ਹਾਂ ਕਿ ਵੱਖ-ਵੱਖ ਆਗੂ ਅੱਜ ਇਹਨਾਂ ਦੇ ਨਹੀਂ ਵੱਡੇ ਪੱਧਰ ਉੱਤੇ ਜਿਹੜੀਆਂ ਸਿਆਸੀ ਪਾਰਟੀਆਂ ਨੂੰ ਚੇਂਜ ਕਰਦੇ ਆ। ਆਮ ਤੌਰ ਤੇ ਅਕਸਰ ਹੀ ਆਪਾਂ ਦੇਖਦੇ ਹਾਂ ਕਿ ਜਦੋਂ ਵੀ ਕੋਈ ਚੋਣ ਲੋਕ ਸਭਾ ਦੀ, ਵਿਧਾਨ ਸਭਾ ਦੀ ਨੇੜੇ ਤੇੜੇ ਹੁੰਦੀ ਹੈ, ਤਾਂ ਇੱਕ ਅਜਿਹੀ ਪਲਟਾਬਾਜ਼ੀ ਵੱਡੇ ਪੱਧਰ ਉੱਤੇ ਸਾਹਮਣੇ ਆਉਂਦੀ ਹੈ। ਪਰੰਤੂ ਜਿਹੜਾ ਇਹ ਸਿਆਸੀ ਨਿਗਾਰ ਹੈ, ਇਸ ਨੂੰ ਰੋਕਣ ਲਈ ਕੋਈ ਰੋਕਥਾਮ, ਕੋਈ ਚੋਣ ਕਮਿਸ਼ਨ ਵੱਲੋਂ, ਭਾਰਤ ਸਰਕਾਰ ਵੱਲੋਂ ਜੇਕਰ ਪ੍ਰਤੀਬੰਧ, ਕੋਈ ਬੈਨ ਅਜਿਹਾ ਲੱਗ ਜਾਏ ਕਿ ਜਿਹੜਾ ਆਗੂ ਇੱਕ ਵਾਰ ਕਿਸੇ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ, ਜਾਂ 20 ਸਾਲ, 30 ਸਾਲ, 15 ਸਾਲ, ਉਹਦੇ ਲਈ ਉਹ ਮੈਂਬਰਸ਼ਿਪ ਪੱਕੀ ਰਹੇਗੀ, ਉਹ ਹਿੱਲ ਨਹੀਂ ਸਕਦਾ, ਉਹ ਕਿਸੇ ਵੀ ਤਰੀਕੇ ਨਾਲ ਬਾਹਰ ਨਹੀਂ ਜਾ ਸਕਦਾ, ਅਸਤੀਫਾ ਨਹੀਂ ਦੇ ਸਕਦਾ। ਜੇਕਰ ਬਾਹਰ ਜਾਂਦਾ ਹੈ, ਕੋਈ ਉਹਦੇ ਕੋਲ ਨਿੱਜੀ ਰਜੇਵਾ ਹੈ, ਤਾਂ ਫਿਰ ਉਹ ਕਿਸੇ ਪਾਰਟੀ 'ਚ ਨਹੀਂ ਸ਼ਾਮਲ ਹੋ ਸਕਦਾ। ਕਹਿਣ ਦਾ ਭਾਵ ਕਿ ਅਜਿਹਾ ਕੋਈ ਜਿਹੜਾ ਸਿਆਸੀ ਨਿਗਾਰ, ਇਹਨੂੰ ਰੋਕਣ ਲਈ ਕੋਈ ਉਪਾਅ ਵੀ ਅਜਿਹੀ ਤਰ੍ਹਾਂ ਦਾ ਸਾਹਮਣੇ ਆਉਣਾ ਚਾਹੀਦਾ ਹੈ। ਬਰਾੜ ਸਾਹਿਬ, ਦੇਖੋ ਭਿੰਡਰ ਜੀ, ਗੱਲ ਤੁਹਾਡੀ ਸਹੀ ਆ। ਇਹਦੇ ਜਿਹੜਾ ਜਿਵੇਂ ਹੁਣ ਕੋਈ ਐਮਐਲਏ ਬਣ ਜਾਂਦੇ ਆ, ਐਮਪੀ ਬਣ ਕੇ ਕਿਸੇ ਪਾਰਟੀ ਵੱਲੋਂ, ਉਹ ਵੀ ਏਦਾਂ ਹੁੰਦਾ ਹੈ ਵੀ ਉਹ ਵੀ ਪਹਿਲਾਂ ਇਹ ਸੀਗਾ ਵੀ ਜਿਹਨੂੰ ਮਰਜ਼ੀ ਆਪਣੀ ਮਰਜ਼ੀ ਅਨੁਸਾਰ ਉਹ ਵੋਟ ਪਾ ਸਕਦੇ ਸੀਗੇ। ਪਰ ਇੱਕ ਵਾਰ ਤੁਹਾਡੇ ਯਾਦ ਹੋਊਗਾ, ਕਿਸੇ ਸਮੇਂ 'ਚ ਨਰਸਿਮਹਾ ਰਾਓ ਦੀ ਸਰਕਾਰ ਨੂੰ ਬਚਾਉਣ ਦੇ ਲਈ ਸੁਬਰਾਮਨੀਅਮ ਸਵਾਮੀ ਜੀ, ਜਿਹੜੇ ਅੱਜ ਕੱਲ੍ਹ ਜਨਤਾ ਪਾਰਟੀ ਦੇ ਪ੍ਰਧਾਨ ਆ, ਉਹਨਾਂ ਨੇ ਕਾਫੀ ਜਿਹੜੇ ਐਮਪੀ ਸੀਗੇ ਦੂਜੀਆਂ ਪਾਰਟੀਆਂ ਤੋਂ, ਉਹਨਾਂ ਤੋਂ ਵੋਟਿੰਗ ਕਰਾਤੀ ਸੀਗੀ। ਫਿਰ ਇਹਨਾਂ ਨੇ ਉਹ ਲਿਆਂਦਾ ਵੀ ਇਹ ਇੱਕ ਸਾਡਾ ਜਿਹੜਾ ਇੱਕ ਸਪੈਸ਼ਲ ਉਹਦੇ ਲਈ ਵਰਡ ਆਉਂਦਾ ਹੈ ਵੀ ਇਹ ਅਸੀਂ ਇਸ਼ੂ ਕਰਤਾ, ਹੁਣ ਇਹਦੀ ਕੋਈ ਉਲੰਘਣਾ ਨਹੀਂ ਕਰ ਸਕਦਾ। ਤੇ ਉਹ ਕਾਨੂੰਨ ਬਣਾਤਾ ਵੀ ਇੰਨੇ ਤੋਂ ਇੰਨੇ ਜਿਹੜੇ ਇੰਨੇ ਐਮਐਲਏ ਆ, ਇਹ ਛੱਡ ਕੇ ਜਾਣਗੇ, ਉਹਨਾਂ ਦੀ ਜਿਹੜੀ ਆ ਉਹ ਜਿਹੜੀ ਮੈਂਬਰਸ਼ਿਪ ਖਤਮ ਹੋ ਜੂਗੀ, ਐਮਪੀਆਂ ਦੀ ਖਤਮ ਹੋ ਜੂਗੀ, ਫਲਾਣਾ ਹੋ ਜੂ, ਢਿਮਕਾ ਹੋ ਜੂ। ਪਰ ਇਹਦੇ ਜਿੱਥੇ ਇੱਕ ਇਸ ਕੰਮ ਦੇ ਵਿੱਚ ਰੁਕਦਾ ਜਾਂਦਾ ਹੈ, ਪਰ ਦੂਜੇ ਪਾਸੇ ਇਹਦਾ ਜੇਕਰ ਨਾ ਹੁਣ ਅੱਜ ਕੱਲ੍ਹ ਦਾ ਸਿਸਟਮ ਦੇਖ ਲਈਏ, ਤਾਂ ਉਹ ਬੰਦਾ ਆਪਣੀ ਜ਼ਮੀਰ ਦੀ ਆਵਾਜ਼ ਤੇ ਪਹਿਰਾ ਦੇ ਨਹੀਂ ਸਕਦਾ। ਕਿਉਂਕਿ ਹੁਣ ਅਸਲ ਦੇ ਵਿੱਚ ਜ਼ਮੀਰ ਤਾਂ ਲੀਡਰਾਂ ਦੀ ਬਹੁਤ ਘੱਟ ਆ, ਇਹ ਵੀ ਮੈਂ ਕਲੀਅਰ ਕਰਨ ਲੱਗਿਆ। ਕਿਉਂਕਿ ਜੇਕਰ ਅਸਲੀ ਬੰਦਾ ਕੋਈ, ਕਈ ਵਾਰ ਏਦਾਂ ਹੁੰਦਾ ਵੀ ਸਾਡੀ ਆਪਣੀ ਪਾਰਟੀ ਦੇ ਵਿੱਚ ਵੀ ਕੋਈ ਇਹੋ ਜਿਹੇ ਫੈਸਲੇ ਦਿੱਤੇ ਜਾ ਰਹੇ ਆ ਜਿਹੜੇ ਮਨੁੱਖੀ ਅਧਿਕਾਰਾਂ ਦੇ ਖਿਲਾਫ ਆ, ਲੋਕਾਂ ਦੇ ਖਿਲਾਫ ਆ, ਤੇ ਕੇਵਲ ਤੇ ਕੇਵਲ ਸੱਤਾਧਾਰੀ ਕਾਬਜ਼ ਜਿਹੜੀ ਕੈਬਨਿਟ ਆ, ਉਹਨੂੰ ਖੁਸ਼ ਕਰਨ ਦੇ ਲਈ, ਸਾਡੇ ਵੱਡੇ ਲੀਡਰ ਨੂੰ ਖੁਸ਼ ਕਰਨ ਦੇ ਲਈ ਅਸੀਂ ਇੱਕ ਸਟੈਂਪ ਵਾਂਗੂ ਮੋਹਰ ਲਾ ਰਹੇ ਹਾਂ। ਉਹਦੇ 'ਚ ਤੁਹਾਨੂੰ ਆਪਣੇ ਫੈਸਲਾ ਲੈਣ ਦੀ ਜਿਹੜੀ ਸ਼ਕਤੀ ਖਤਮ ਕਰ ਦਿੱਤੀ ਗਈ ਆ। ਤੇ ਇਹਦੇ ਹੁਣ ਫਾਇਦੇ ਵੀ ਆ ਤੇ ਇਹਦਾ ਨੁਕਸਾਨ ਵੀ ਆ। ਪਰ ਆਮ ਜਿੱਥੇ ਜ਼ਮੀਰ ਦੀ ਗੱਲ ਆ ਜਾਂਦੀ ਹੈ, ਉਹ ਜ਼ਮੀਰ ਫਿਰ ਖਤਮ ਹੋ ਜਾਂਦੀ ਹੈ ਕਿ ਜ਼ਮੀਰ ਪਾਰਟੀ ਨੂੰ ਸਾਰੇ ਤੁਰਨ ਲਾ ਜਾਂਦੀ ਹੈ, ਉੱਪਰਲੇ ਫੈਸਲੇ ਅਨੁਸਾਰ ਚੱਲਣ ਵੀ ਤੁਸੀਂ ਤਾਂ ਇਹਨੂੰ ਵੋਟ। ਹੁਣ ਤਾਂ ਇਹ ਕਿੰਨੇ ਤੁਸੀਂ ਹੁਣ ਲੋਕ ਸਭਾ ਦੀ ਗੱਲ ਕਰ ਲਓ, ਰਾਜ ਸਭਾ ਦੀ ਗੱਲ ਕਰ ਲਓ, ਵਿਧਾਨ ਸਭਾ ਦੀ ਗੱਲ ਕਰ ਲਓ, ਕਿੰਨੇ ਕੁ ਲੀਡਰ ਆ ਜਿਨ੍ਹਾਂ ਦੇ ਨਾਂ ਜ਼ਿਆਦਾ ਲੋਕਾਂ 'ਚ ਵਿਚਰਦੇ ਆ। ਚੰਦ ਤੁਸੀਂ ਗਿਣਤੀ 'ਚ ਲੈ ਸਕਦੇ ਹੋ, ਜਿਹੜੇ 4-5 ਕੁ ਲੀਡਰ ਹੋਣਗੇ, ਉਹਨਾਂ ਦੀ ਨਾਂ ਚੱਲਦੇ ਆ। ਕੈਬਨਿਟ ਦਾ ਵੀ ਲੋਕਾਂ ਨੂੰ ਨਹੀਂ ਪਤਾ ਹੁੰਦਾ, ਕੋਈ ਕੈਬਨਿਟ ਦੇ ਵਿੱਚ ਵੀ ਸਿਰਫ ਇੱਕੋ ਸਟੈਂਪੇ ਹੁੰਦੇ ਆ, ਉਹਨਾਂ ਦੇ ਪੱਲੇ ਕੁਛ ਨਹੀਂ ਹੁੰਦਾ। ਤੁਹਾਡੇ ਯਾਦ ਹੋਣਾ ਬੀਬੀ ਹਰਸਿਮਰਤ ਕੌਰ ਕੈਬਨਿਟ ਮੰਤਰੀ ਸੀਗੇ, ਬੀਬੀ ਹਰਸਿਮਰਤ ਕੌਰ ਮੋਦੀ ਵਜ਼ਾਰਤ 'ਚ ਕੈਬਨਿਟ। ਜਦੋਂ ਕਿਸਾਨ ਬਿੱਲਾਂ ਦੀ ਗੱਲ ਆਈ ਨਾ, ਕਿਸਾਨ ਬਿੱਲ ਪਾਸ ਹੋ ਗਏ, ਇਹ ਵਿੱਚ ਬੈਠੇ ਸੀਗੇ, ਇਹ ਕੁਛ ਨਹੀਂ ਕਰ ਸਕੇ। ਬਾਅਦ 'ਚ ਜਦੋਂ ਫਿਰ ਅੰਦੋਲਨ ਚੱਲਿਆ, ਕਹਿੰਦੇ ਕੁਛ ਨਹੀਂ ਹੋਣਾ, ਕੁਛ ਕਹਿੰਦੇ ਮੈਨੂੰ ਪਤਾ ਮੋਦੀ ਸਾਹਿਬ ਦਾ ਵੀ ਜਿਹੜੀ ਗੱਲ ਕਹਿਤੀ ਕੋਈ ਚੇਂਜ ਨਹੀਂ ਕਰ ਸਕਦਾ। ਉਹ ਤਾਂ ਇੱਕ ਲੋਕ ਅੰਦੋਲਨ, ਜਿਹੜਾ ਅੰਤਰਰਾਸ਼ਟਰੀ ਪੱਧਰ ਦਾ ਅੰਦੋਲਨ ਹੋ ਗਿਆ, ਜਿਹਨੇ ਮੋਦੀ ਨੂੰ ਬੈਕ ਗੇਅਰ ਲਾਤਾ। ਅਦਰਵਾਈਜ਼ ਕਿਸੇ ਮਿਨਿਸਟਰ ਦੀ, ਕਿਸੇ ਐਮਪੀ ਦੀ ਔਕਾਤ ਨਹੀਂ ਸੀਗੀ ਵੀ ਇਹਨੂੰ ਚੇਂਜ ਕਰਾ ਜਾਂਦਾ।
ਸੋ ਇਹ ਤਾਂ ਸਿਸਟਮ ਸਾਡਾ ਨਾ, ਜਿੱਥੇ ਜਿਹੜੀਆਂ ਆਪਾਂ ਇਹ ਕਹਿੰਦੇ ਆ ਵੀ ਇਹ ਬੈਨ ਲੱਗਣਾ ਚਾਹੀਦਾ, ਕਾਨੂੰਨ ਬਣਨਾ, ਜਿੱਥੇ ਇਹਦਾ ਫਾਇਦਾ ਉੱਥੇ ਨੁਕਸਾਨ ਵੀ ਆ, ਕਿਉਂਕਿ ਅਸੀਂ ਉਸ ਹਿਸਾਬ ਦੇ ਨਾਲ ਸਿਧਾਂਤਕ ਬੰਦੇ ਨਹੀਂ ਰਹੇ। ਇਹ ਸਿਧਾਂਤਕ ਬੰਦਿਆਂ ਦੇ ਤਾਂ ਲਾਗੂ ਹੋਵੇ, ਸਾਰੇ ਸਿਧਾਂਤਕ ਹੋਣ ਤਾਂ ਗੱਲ, ਪਰ ਜਿੱਥੇ ਹੁਣ 80% ਤਾਂ ਅਪਰਾਧਿਕ ਕਿਸਮ ਦੇ ਲੋਕ ਆ, ਉਹਨਾਂ ਦੇ ਵਿੱਚ ਵੀ ਜਿਹੜੇ ਆਏ ਹੋਏ ਆ ਉਹ ਕਾਰਪੋਰੇਟ ਘਰਾਣਿਆਂ ਨੇ ਪੈਸੇ ਲਾ ਕੇ ਵੱਡੇ ਵੱਡੇ ਸਰਗਨੇ। ਤੁਸੀਂ ਦਾਊਦ ਇਬਰਾਹਿਮ ਸੁਣਿਆ? ਦਾਊਦ ਇਬਰਾਹਿਮ ਦਾ ਨਾਮ ਵੱਡਾ ਇੱਕ ਅਪਰਾਧ ਜਗਤ ਦਾ ਇੱਕ ਮੇਨ ਆ, ਜਿਹੜਾ ਅੱਜ ਵੀ ਕਿਤੇ ਵਾਂਟਡ ਆ, ਡੀ ਕੰਪਨੀ। ਉਹ ਵੱਡੇ ਵੱਡੇ ਲੀਡਰਾਂ ਨੂੰ ਫੰਡਿੰਗ ਕਰਦਾ ਸੀਗਾ, ਸਾਰੀ ਪਾਰਟੀਆਂ ਨੂੰ ਫੰਡਿੰਗ ਕਰਦਾ ਸੀਗਾ। ਉਹ ਫਿਰ ਉਹ ਇਸ ਤਰ੍ਹਾਂ ਉਹ ਜਿਹੇ ਬੰਦੇ ਆਪਣੇ ਤਰੀਕੇ ਨਾਲ ਕੰਮ ਕਰ। ਫਿਲਮਾਂ ਦੇਖਦੇ ਹੋ ਨਾ, ਜਿਹੜੀਆਂ ਫਿਲਮਾਂ ਦੇਖਦੇ ਹੋ, ਫਿਲਮਾਂ ਜਿਹੜੀਆਂ ਬਣਦੀਆਂ ਹਿੰਦੀ ਫਿਲਮਾਂ ਦੀਆਂ ਵੀ, DGP ਵੀ ਵਿੱਚ ਆ, ਮੁੱਖ ਮੰਤਰੀ ਵੀ ਵਿੱਚ ਆ, ਤੇ ਗੈਂਗਸਟਰ ਤਾਂ ਵਿੱਚ ਹੈਗੇ ਹੀ ਆ, ਬਾਹਰਲੇ ਵੀ ਵਿੱਚ ਆ। ਉਹ ਸੱਚ ਆ, ਉਹ ਸਾਡੇ ਤੇ ਲਾਗੂ ਆ, ਅਸਲੀਅਤ ਆ ਇਹ। ਸਾਡੇ ਨਾਲ ਜੁੜੇ ਸਨ ਉੱਘੇ ਸਿੱਖ ਚਿੰਤਕ ਤੇ ਸਿਆਸੀ ਮਾਹਰ ਪ੍ਰਿੰਸੀਪਲ ਐਡਵੋਕੇਟ ਅਭਿਜੀਤ ਸਿੰਘ ਬਰਾੜ। ਉਮੀਦ ਜ਼ਾਹਰ ਕਰਦੇ ਹਾਂ ਕਿ ਇਹਨਾਂ ਦੇ ਵਿਚਾਰ ਸਾਡੇ ਬਾਕੀ ਐਪੀਸੋਡ ਦੇ ਵਾਂਗ ਪਸੰਦ ਆਉਣਗੇ। ਅਜਿਹੇ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਨੂੰ ਅਸੀਂ ਇੱਥੇ ਹੀ ਵਿਸ਼ਰਾਮ ਦਿੰਦੇ ਹਾਂ। ਬਰਾੜ ਸਾਹਿਬ, ਤੁਸੀਂ ਵਕਤ ਕੱਢਿਆ, ਤੁਹਾਡਾ ਧੰਨਵਾਦ। ਈ ਮਿਸ਼ਨ ਪੰਜਾਬੀ।